ओंकार सतनाम करता पुरख निरभउ निर्वैर अकाल मूरत अजूनी सैभं गुर प्रसाद वाहिगुरु 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 जी का खालसा वाहिगुरु जी की फतेह। ਸਾਰੇ ਵੀਰ ਭੈਣਾਂ ਨੂੰ ਜੀ ਆਇਆਂ ਆਖਦਿਆਂ ਹੋਇਆਂ ਅੱਜ ਦੀ ਗੁਰਬਾਣੀ ਸਾਂਝ ਦੀ ਕਲਾਸ ਸ਼ੁਰੂ ਕਰਦੇ ਹਾਂ। ਜਿਵੇਂ ਆਪ ਜਾਣਦੇ ਹੋ, ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਅਸੀਂ ਕਾਫੀ ਸਮੇਂ ਤੋਂ ਕਰ ਰਹੇ ਹਾਂ। ਅੱਜ ਜਿਹੜੇ 5 ਖੰਡ ਹਨ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਅਤੇ ਸੱਚਖੰਡ। ਧਰਮ ਖੰਡ ਦੇ ਵਿਚਾਰ ਅਸੀਂ ਪਿਛਲੇ ਹਫ਼ਤੇ ਕਰ ਚੁੱਕੇ ਹਾਂ। ਅੱਜ ਗਿਆਨ ਖੰਡ ਦੇ ਵਿਚਾਰ ਆਪ ਜੀ ਨਾਲ ਸ਼ੇਅਰ ਕਰਾਂਗੇ। ਤੇ ਸਭ ਤੋਂ ਪਹਿਲਾਂ ਸਰਦਾਰ ਕੁਲਵੰਤ ਸਿੰਘ ਜੀ ਮੇਰੇ ਵੀਰ, ਉਹ ਆਪ ਜੀ ਨਾਲ ਇਸ ਪੌੜੀ ਬਾਰੇ ਵਿਚਾਰ ਸਾਂਝੀ ਕਰਨਗੇ। ਉਸ ਤੋਂ ਬਾਅਦ ਡਾਕਟਰ ਸਰਬਜੀਤ ਸਿੰਘ ਜੀ, ਉਹ ਆਪ ਜੀ ਨਾਲ ਇਹ ਵਿਚਾਰ ਸਾਂਝੀ ਕਰਨਗੇ। ਤੇ ਉਸ ਤੋਂ ਬਾਅਦ ਜਿੰਨਾ ਸਮਾਂ ਹੋਏਗਾ ਦਾਸ ਆਪ ਜੀ ਨਾਲ ਇਸੇ ਪੌੜੀ ਨਾਲ ਵਿਚਾਰ ਸਾਂਝੀ ਕਰਾਂਗੇ। ਤੇ ਉਸ ਤੋਂ ਬਾਅਦ ਸਵਾਲ ਜਵਾਬ ਦਾ ਸੈਸ਼ਨ ਹੋਏਗਾ। ਮੈਂ ਬੇਨਤੀ ਕਰਦਾ ਹਾਂ ਵੀਰ ਕੁਲਵੰਤ ਸਿੰਘ ਜੀ ਨੂੰ ਉਹ ਅਨਮਿਊਟ ਕਰਕੇ ਆਪਣੀ ਵਿਚਾਰ ਆਰੰਭ ਕਰਨ। ਗੁਰਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਪ੍ਰੋਫੈਸਰ ਸਾਹਿਬ ਨੇ ਆਪ ਜੀ ਨੂੰ ਸੂਚਿਤ ਕੀਤਾ ਹੈ ਕਿ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਨੇ ਜਿਹੜੇ 5 ਖੰਡਾਂ ਦਾ ਜਪਜੀ ਸਾਹਿਬ ਦੇ ਵਿੱਚ ਜ਼ਿਕਰ ਕੀਤਾ, ਉਹਦੀ ਸੋਝੀ ਆਪਾਂ ਨੂੰ ਪ੍ਰਾਪਤ ਹੋ ਜਾਏ। ਤੇ ਜਿਹੜਾ ਮਨੁੱਖਾ ਜਨਮ ਦਾ ਲਕਸ਼ ਹੈ, ਆਬਜੈਕਟਿਵ ਹੈ, ਏਮ ਹੈ, ਉਹ ਆਪਾਂ ਨੂੰ ਸਮਝ ਆ ਜਾਵੇ ਤੇ ਆਪਾਂ ਆਨੰਦ ਦੀ ਪ੍ਰਾਪਤੀ ਜਾਂ ਜਿਹੜਾ ਜਨਮ ਆਪਾਂ ਨੂੰ ਵਡਮੁੱਲਾ ਮਿਲਿਆ ਇਹਨੂੰ ਸਫਲਾ ਕਰ ਸਕੀਏ। ਸੋ 5 ਖੰਡਾਂ ਬਾਰੇ ਬੁੱਧੀਜੀਵੀਆਂ ਦੇ ਬੜੇ ਵੱਖਰੇ ਵੱਖਰੇ ਵਿਚਾਰ ਰਹੇ ਨੇ। ਕੋਈ ਤਾਂ ਇਹਨਾਂ ਨੂੰ ਇਹ ਕਹਿੰਦਾ ਰਿਹਾ ਕਿ ਸੂਖਮ ਮੰਡਲ ਨੇ, ਤੇ ਬਹੁਤਿਆਂ ਦੀ ਵਿਚਾਰ ਇਹ ਹੈ ਕਿ ਇਹ ਸਾਡੀ ਸੁਰਤੀ ਦੇ ਆਪਣੇ ਪੜਾਅ ਨੇ, ਮੰਡਲ ਨੇ, ਕਿਉਂਕਿ ਸੁਰਤੀ ਦੁਆਰਾ ਹੀ ਮਨੁੱਖਾ ਜਨਮ ਦੇ ਵਿੱਚ ਸਾਰਾ ਖੇਲ ਚੱਲਦਾ ਹੈ ਤੇ ਸੁਰਤੀ ਦੁਆਰਾ ਹੀ ਆਪਾਂ ਨੂੰ ਸਮਝ ਆ ਸਕਦੀ ਹੈ। ਪਰ ਸੁਰਤੀ ਦੇ ਅੱਗੇ ਸਮੱਸਿਆ ਇਹ ਹੁੰਦੀ ਹੈ ਕਿ ਜਿੰਨਾ ਚਿਰ ਤਤ ਗਿਆਨ ਇਹਨੂੰ ਪ੍ਰਾਪਤ ਨਾ ਹੋਵੇ ਤਾਂ ਅਕਾਲ ਪੁਰਖ ਜੀ ਦੇ ਰਚੇ ਹੋਏ ਪ੍ਰਪੰਚ ਦੇ ਵਿੱਚ ਇਹ ਅਗਿਆਨਤਾ ਦੇ ਫਲ ਸਰੂਪ ਤਤ ਨੂੰ ਨਹੀਂ ਸਮਝਦੀ। ਤੇ ਜਿੱਧਰੋਂ ਗੁਰੂ ਮਹਾਰਾਜ ਨੇ ਇਹਦੀ ਸੁਰਤੀ ਨੂੰ ਮੋੜ ਕੇ ਤਤ ਗਿਆਨ ਵੱਲ ਲੈ ਕੇ ਆਉਣਾ ਹੁੰਦਾ, ਉਧਰ ਵੱਲੇ ਜਾਂਦੀ ਨਹੀਂ, ਅਗਿਆਨਤਾ ਜੀ ਘੁੰਮਣ ਘੇਰੀ ਵਿੱਚ ਪਈ ਰਹਿੰਦੀ। ਸੋ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਸਮਝਣ ਵਾਲੀ ਗੱਲ ਇਹੀ ਹੈ ਭਈ ਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਅਕਾਲ ਪੁਰਖ ਨੇ ਇੱਕ ਖੇਲ ਰਚਿਆ, ਇੱਕ ਲੀਲਾ ਰਚੀ ਹੈ, ਤੇ ਗੁਰਬਾਣੀ ਉਹਨੂੰ ਪ੍ਰਪੰਚ ਵੀ ਕਹਿੰਦੀ ਹੈ। ਤੇ ਪ੍ਰਪੰਚ ਦੇ ਵਿੱਚ ਬੜੇ ਹੀ ਮਨਮੋਹਣੇ ਰੰਗ ਅਕਾਲ ਪੁਰਖ ਨੇ ਸਿਰਜੇ ਨੇ, ਜਿਨ੍ਹਾਂ ਦੀ ਬਦੌਲਤ ਸਾਡਾ ਮਨ ਮੋਹਿਆ ਜਾਂਦਾ ਤੇ ਮੋਹਿਆ ਜਾਣ ਕਰਕੇ ਆਪਣੇ ਅਸਲੀ ਮੂਲ ਨੂੰ ਭੁੱਲ ਜਾਂਦਾ ਤੇ ਕੇਵਲ ਤੇ ਕੇਵਲ ਸਾਡੇ ਕੋਲ ਇੱਕੋ ਹੀ ਰਸਤਾ ਰਹਿ ਜਾਂਦਾ ਹੈ ਕਿ ਗੁਰੂ ਦੀ ਸ਼ਰਨ ਆ ਕੇ ਆਪਾਂ ਇਸ ਪ੍ਰਪੰਚ ਨੂੰ ਸਮਝੀਏ ਤੇ ਸਮਝ ਕੇ ਇਸ ਪ੍ਰਪੰਚ ਦਾ ਮੂਲ ਆਧਾਰ ਜਿਹੜਾ ਹੈ ਨਾਮ ਤੱਤ,
ਉਹਨੂੰ ਸਮਝਣ ਦਾ ਉਪਰਾਲਾ ਕਰੀਏ, ਉਹਦਾ ਗਿਆਨ ਪ੍ਰਾਪਤ ਕਰੀਏ। ਤੇ ਗੁਰਬਾਣੀ ਦੇ ਬਚਨ ਆਪਾਂ ਨੂੰ ਗਿਆਨ ਬਾਰੇ ਕਹਿੰਦੇ ਨੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਸੋ ਗੁਰੂ ਕੋਲ ਜਿੰਨਾ ਚਿਰ ਆਪਾਂ ਜਾਂਦੇ ਨਹੀਂ, ਕਿਉਂਕਿ ਗੁਰੂ ਜਾਣਦਾ ਹੈ ਪ੍ਰਪੰਚ ਦੇ ਨਿਯਮ ਕੀ ਨੇ, ਇਸ ਪ੍ਰਪੰਚ ਦੇ ਖੇਲ ਵਿੱਚ ਮੁਸ਼ਕਲਾਂ ਕਿਹੜੀਆਂ ਨੇ, ਕਠਿਨਾਈਆਂ ਕਿਹੜੀਆਂ ਨੇ, ਬੰਧਨ ਕਿਹੜੇ ਨੇ, ਉਹ ਗੁਰੂ ਮਹਾਰਾਜ ਜੀ ਸਮਝਾਉਣਾ ਕਰ ਦਿੰਦੇ ਨੇ। ਪਰ ਇੱਕ ਗੱਲ ਹਮੇਸ਼ਾ ਆਪਾਂ ਨੂੰ ਗੁਰੂ ਨਾਨਕ ਦੇ ਸਿੱਖ ਹੋਣ ਦੇ ਨਾਤੇ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਸਾਰਾ ਫਲਸਫਾ ਇੱਕ ਤੇ ਆਧਾਰਿਤ ਕੀਤਾ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਦਾ ਹੀ ਨਾਮ ਵਿਆਪਕ ਹੈ ਤੇ ਇੱਕ ਦੁਆਰਾ ਹੁਕਮ ਦੇ ਨਾਲ ਇਹ ਸਾਰੀ ਖੇਡ ਕੰਟਰੋਲ ਕੀਤੀ ਜਾਂਦੀ ਹੈ ਜਾਂ ਖਿਲਾਈ ਜਾਂਦੀ ਹੈ। ਸੋ ਜਿੰਨਾ ਚਿਰ ਆਪਾਂ ਗੁਰੂ ਦੇ ਸ਼ਰਨ ਆ ਕੇ ਉਹ ਖੇਲ ਦੇ ਨਿਯਮਾਂ ਨੂੰ ਨਹੀਂ ਸਮਝ ਲੈਂਦੇ, ਉਨੀ ਦੇਰ ਤਾਂ ਆਪਾਂ ਇਹਦੇ ਤੋਂ ਛੁਟਕਾਰਾ ਨਹੀਂ ਪਾ ਸਕਦੇ। ਹੁਣ ਅਗਿਆਨਤਾ ਆਪਾਂ ਨੂੰ ਆਉਂਦੀ ਕਦੋਂ ਆ? ਜਦੋਂ ਸਾਡੀ ਸੁਰਤੀ ਜਿਹੜੀ ਨਾ ਹਉਮੈ ਦੇ ਵੱਸ ਹੋ ਜਾਂਦੀ ਹੈ। ਇਹ ਮੁੱਢਲਾ ਰੋਗ ਹੈ, ਮੁੱਢਲੀ ਅਗਿਆਨਤਾ ਹੈ, ਜਿੱਥੇ ਅਸੀਂ ਭੁੱਲ ਜਾਂਦੇ ਹਾਂ ਕਿ ਅਕਾਲ ਪੁਰਖ ਦੀ ਜੋਤ ਸਾਰਿਆਂ ਦੇ ਅੰਦਰ ਬਿਰਾਜਮਾਨ ਹੈ। ਸਭੇ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭੇ ਚਾਨਣ ਹੋਏ। ਪਰ ਹਉਮੈ ਦੇ ਅਧੀਨ ਅਸੀਂ ਭੁੱਲ ਜਾਂਦੇ ਹਾਂ ਕਿ ਮੈਂ ਵੀ ਉਸ ਜੋਤ ਦਾ ਇੱਕ ਨਿੱਕਾ ਜਿਹਾ ਕਿਣਕਾ ਹਾਂ। ਪਰ ਜਦੋਂ ਮੈਂ ਆਪਣੇ ਆਪ ਨੂੰ ਬਾਕੀ ਸਾਰਿਆਂ ਨਾਲੋਂ ਵੱਖਰਾ ਨਿਵੇਕਲਾ ਸਮਝਣ ਲੱਗ ਜਾਂਦਾ ਤਾਂ ਮੈਂ ਆਪਣੀ ਮੱਤ ਦੇ ਅਨੁਸਾਰ ਦੁਨੀਆ ਵਿੱਚ ਕਾਰਜਸ਼ੈਲੀ ਜਿਹੜੀ ਆ ਉਹਨੂੰ ਅਪਣਾਉਣਾ ਹੈ। ਤੇ ਕਿਉਂਕਿ ਮੈਂ ਸੱਚ ਨਾਲੋਂ ਟੁੱਟਾ ਹੋਇਆ ਹੁੰਦਾ, ਇਸ ਕਰਕੇ ਮੈਂ ਅਗਿਆਨਤਾ ਦੇ ਵੱਸ ਪੈ ਕੇ ਦੁਨੀਆ ਦੇ ਅੰਦਰ ਅਗਿਆਨਤਾ ਵੱਸ ਧੱਕੇ ਖਾਂਦਾ ਰਹਿਣਾ, ਦੁੱਖਾਂ ਦਰਦਾਂ ਦੇ ਵਿੱਚ ਮੇਰਾ ਜੀਵਨ ਵਿਚਰਦਾ। ਸੋ ਹੁਣ ਆਪਾਂ ਜਦੋਂ ਗਿਆਨ ਖੰਡ ਦੀ ਗੱਲ ਕਰਨੀ ਹੈ ਤਾਂ ਗੁਰੂ ਮਹਾਰਾਜ ਜੀ ਸਾਨੂੰ ਕਿਹੜੀ ਦਿਸ਼ਾ ਵਿੱਚ ਲੈ ਕੇ ਜਾਣਗੇ? ਪਹਿਲਾਂ ਤਾਂ ਆਪਾਂ ਨੂੰ ਧਰਮ ਦੀ ਗੱਲ ਸਮਝਾ ਦਿੱਤੀ ਕਿ ਇਸ ਧਰਤੀ ਦੇ ਉੱਤੇ ਤੂੰ ਆਪਣੇ ਧਰਮ ਨੂੰ ਕਮਾਉਣਾ ਹੈ। ਤੇ ਧਰਮ ਦੀ ਡੈਫੀਨੇਸ਼ਨ ਵੀ ਗੁਰੂ ਅਰਜਨ ਪਾਤਸ਼ਾਹ ਨੇ ਦੇ ਦਿੱਤੀ ਸੀ, ਸਗਲ ਧਰਮ ਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਾਮ ਨੂੰ ਜਾਣਨਾ, ਨਾਮ ਨੂੰ ਪਛਾਣਨਾ, ਨਾਮ ਦੇ ਨਾਲ ਇੱਕ ਸੁਰ ਹੋਣਾ, ਇਹ ਅਸਲੀ ਸਾਡਾ ਧਰਮ ਹੈ। ਕਿਉਂਕਿ ਨਾਮ ਦੀ ਜੋਤ ਦੁਆਰਾ ਹੀ ਮੇਰਾ ਸਾਰਾ ਜੀਵਨ ਤੇ ਸਾਰਾ ਜਗਤ ਜਿਹੜਾ ਇਹ ਚੱਲ ਰਿਹਾ। ਪਰ ਜਦੋਂ ਮੈਂ ਨਾਮ ਨਾਲੋਂ ਟੁੱਟ ਜਾਂਦਾ, ਨਾਮ ਦੀ ਮੈਨੂੰ ਸਮਝ ਨਹੀਂ ਆਉਂਦੀ, ਤਾਂ ਮੈਂ ਗਿਆਨਹੀਣ ਹੋ ਜਾਂਦਾ ਤੇ ਫਿਰ ਮੈਂ ਅਗਿਆਨੀ ਬਣ ਕੇ ਅੰਧੇ ਕਰਮ ਹੀ ਕਰਦਾ। ਇਸ ਲਈ ਹੁਣ ਆਪਾਂ ਨੂੰ ਨਾਮ ਨੂੰ ਸਮਝਣਾ ਹੈ। ਜਿੰਨੀ ਵੀ ਆ ਗੱਲ ਗੁਰੂ ਮਹਾਰਾਜ ਜੀ ਇਸ ਪੌੜੀ ਵਿੱਚ ਕਰਨਗੇ, ਕੇਤੇ ਪਵਨ ਪਾਣੀ ਬਸੰਤਰ, ਕੇਤੇ ਕਾਨ ਮਹੇਸ਼, ਇਹ ਸਾਰੀ ਕਾਇਨਾਤ ਦੇ ਵਿੱਚ ਜੋ ਕੁਝ ਬੀਤ ਰਿਹਾ, ਵਾਪਰਿਆ ਨਾ, ਉਹਦਾ ਗਿਆਨ ਆਪਾਂ ਨੂੰ ਦੇ ਰਹੇ ਨੇ। ਪਰ ਨਾਲ ਤੱਤ ਦੀ ਗੱਲ ਇਹ ਕਰਨੀ ਆ ਕਿ ਇਹ ਸਾਰਾ ਕੁਝ ਜੇਤਾ ਕੀਤਾ, ਤੇਤਾ ਨਾਉ ਵੇ ਨਾਵੇ ਨਾਹੀ ਕੋ ਥਾਉ। ਇਹ ਸਾਰਾ ਕੁਝ ਹੁਕਮ ਦੇ ਵਿੱਚ ਨਾਮ ਦੇ ਨਾਲ, ਸ਼ਬਦ ਦੇ ਨਾਲ ਰਚਿਆ ਗਿਆ ਤੇ ਨਾਮ ਦੁਆਰਾ, ਹੁਕਮ ਦੁਆਰਾ ਇਹ ਖੇਡ ਚੱਲ ਰਹੀ ਹੈ। ਉਸ ਹੁਕਮ ਦਾ ਗਿਆਨ ਪ੍ਰਾਪਤ ਕਰਨਾ ਹੈ। ਉਸ ਤੱਤ ਗਿਆਨ ਦੇ ਧਾਰਨੀ ਬਣ ਕੇ ਅਸੀਂ ਇਹ ਜੀਵਨ ਦਾ ਆਪਣਾ ਜਿਹੜਾ ਰੋਲ ਹੈ ਇਹ ਅਦਾ ਕਰਨਾ ਹੈ। ਸੋ ਇੱਥੇ ਜਿੰਨੀ ਵੀ ਗੁਰੂ ਮਹਾਰਾਜ ਨੇ ਗੱਲ ਕੀਤੀ ਹੈ, ਚਾਹੇ ਉਹ ਚੰਦ ਨੇ, ਸੂਰਜ ਨੇ, ਸਿੱਧ ਬੁੱਧ ਨਾਥ, ਦੇਵੀ ਵੇਸ, ਜੋ ਵੀ ਦੁਨੀਆ ਦੇ ਅੰਦਰ ਕਾਇਨਾਤ ਦੇ ਵਿੱਚ ਹਾਜ਼ਰ ਨਾਜ਼ਰ ਹੈ, ਇਹ ਸਾਰਾ ਕੁਝ ਨਾਮ ਦੇ ਓਟ ਆਸਰੇ ਹੀ ਖੜਾ ਹੈ। ਤੇ ਨਾਮ ਹੀ ਹੁਕਮ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸੋ ਡਾਕਟਰ ਸਾਹਿਬ ਕਈ ਵਾਰੀ ਆਪਾਂ ਨੂੰ ਬਾਣੀ ਕੋਟ ਕਰਕੇ ਸਮਝਾਉਣਾ ਕਰਦੇ ਹੁੰਦੇ ਆ, 14 ਹੁਕਮ ਵਰਤੇ ਪ੍ਰਭ ਤੇਰਾ, 14 ਨਾਮ ਪਤਾਲੰਗ, ਇੱਕੋ ਸ਼ਬਦ ਸਭ ਮੈਂ ਵਰਤੇ, ਕਰਮ ਮਿਲੇ ਬਿਆਲੰਗ। ਨਾਮ, ਸ਼ਬਦ ਤੇ ਹੁਕਮ ਤਿੰਨੇ ਹੀ ਸਮਾਨ ਅਰਥੀ ਸ਼ਬਦ ਨੇ। ਸੋ ਜਿੰਨਾ ਚਿਰ ਆਪਾਂ ਨਾਮ ਨੂੰ, ਹੁਕਮ ਨੂੰ ਜਾਂ ਸ਼ਬਦ ਨੂੰ ਨਹੀਂ ਸਮਝਦੇ, ਉਨੀ ਦੇਰ ਤੱਕ ਇਹ ਗਿਆਨ ਪ੍ਰਾਪਤ ਕਰਨਾ ਮੁਸ਼ਕਲ ਹੈ। ਤੇ ਹੁਣ ਮੈਂ ਗੁਰਬਾਣੀ ਦੀਆਂ ਕੁਝ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ
ਕਿ ਗਿਆਨ ਦੀ ਪ੍ਰਾਪਤੀ ਜਿਹਦੇ ਵਿੱਚ ਸਾਨੂੰ ਇਹ ਸੋਝੀ ਆ ਜਾਵੇ ਕਿ ਸਭਮੇ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭਮੇ ਚਾਨਣ ਹੋਏ। ਜੇ ਤਾਂ ਮੈਨੂੰ ਇਹਦਾ ਗਿਆਨ ਹੋ ਜਾਵੇ, ਮੇਰਾ ਮਨ ਇਸ ਸ਼ਬਦ ਦੇ ਨਾਮ ਦੇ ਨਾਲ ਪ੍ਰਗਾਸਿਆ ਜਾਵੇ ਤੇ ਮੇਰੀ ਭ੍ਰਾਂਤੀ ਜਿਹੜੀ ਅਗਿਆਨਤਾ ਦੂਰ ਹੋ ਜਾਵੇ, ਤਾਂ ਉਹਦੇ ਲਈ ਆਪਾਂ ਨੂੰ ਕਰਨਾ ਕੀ ਹੁੰਦਾ ਹੈ? ਜਿਹੜੇ ਮਾਇਆ ਦੇ ਇੰਨੇ ਮਨਮੋਹਣੇ ਦ੍ਰਿਸ਼ ਨੇ, ਇਹਨਾਂ ਤੋਂ ਮੁਕਤ ਹੋਣਾ ਪੈਂਦਾ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਾਂ ਨੂੰ ਤੱਤ ਦੀ ਗੱਲ ਸਮਝਾਈ ਹੋਈ ਹੈ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸੁਆਰਾ। ਜਿਨ੍ਹਾਂ ਦਾ ਇਸ ਮਾਇਆ ਨਾਲ ਅੰਦਰੋਂ ਫਰੋਮ ਵਿਦਨ ਮਨ ਦੀ ਸੁਰਤੀ ਬਿਰਤੀ ਵਿੱਚੋਂ ਮੋਹ ਟੁੱਟ ਜਾਂਦਾ ਹੈ, ਉਹਨਾਂ ਨੂੰ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ। ਤੇ ਇਸ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਮਨ ਦੀ ਇਕਾਗਰਤਾ, ਸੁਰਤੀ ਦੀ ਇਕਾਗਰਤਾ ਬਹੁਤ ਜ਼ਰੂਰੀ ਹੁੰਦੀ ਹੈ। ਸੋ ਜਿੰਨਾ ਚਿਰ ਆਪਾਂ ਮਾਇਆ ਨੂੰ ਨਹੀਂ ਸਮਝ ਲੈਂਦੇ, ਮਾਇਆ ਦੇ ਭਰਮ ਭੁਲੇਖਿਆਂ ਨੂੰ ਨਹੀਂ ਸਮਝ ਲੈਂਦੇ, ਉਨੀ ਦੇਰ ਤੱਕ ਆਪਣੀ ਗਤੀ ਨਹੀਂ ਹੁੰਦੀ। ਤੇ ਮਾਇਆ ਨੂੰ ਸਮਝਣ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਮੇਰੇ ਖਿਆਲ ਵਿੱਚ ਸਭ ਤੋਂ ਸੌਖੀ ਤੇ ਈਜ਼ੀਲੀ ਅੰਡਰਸਟੈਂਡੇਬਲ ਪਰਿਭਾਸ਼ਾ ਜਿਹੜੀ ਉਹ ਕੀਤੀ ਹੋਈ ਹੈ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਉ ਦੂਜਾ ਲਾਇਆ। ਜਿਹੜੀ ਵੀ ਚੀਜ਼ ਦੀ ਬਦੌਲਤ ਸਾਨੂੰ ਅਕਾਲ ਪੁਰਖ ਪਰਮਾਤਮਾ ਸਾਡਾ ਮੂਲ ਭੁੱਲ ਜਾਵੇ, ਉਸ ਹਰ ਬਿਰਤੀ ਦਾ, ਉਸ ਹਰ ਸੁਰਤੀ ਦਾ, ਹੋਰ ਉਸ ਚੀਜ਼ ਦਾ ਜਾਂ ਕਿਸੇ ਵੀ ਵਿਅਕਤੀ ਦਾ ਜਾਂ ਵਸਤੂ ਦਾ ਜਿਹਦੇ ਕਰਕੇ ਮੈਨੂੰ ਪਰਮਾਤਮਾ ਦੀ ਯਾਦ ਵਿਸਰ ਜਾਵੇ, ਉਹਨੂੰ ਆਪਾਂ ਮਾਇਆ ਕਹਿੰਦੇ ਆ। ਤੇ ਮਾਇਆ ਜਦੋਂ ਭਰ ਹੁੰਦੀ ਹੈ ਤੇ ਦੁਨੀਆ ਵਿੱਚ ਮੋਹ ਪੈਂਦਾ ਹੈ, ਤੇ ਮੋਹ ਦੇ ਨਾਲ ਅਸੀਂ ਦੂਜੇ ਭਾਏ ਚਲੇ ਜਾਂਦੇ ਆ। ਤੇ ਦੂਜਾ ਭਾਵ ਜਿਹੜਾ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਇਸ ਮਾਰੀ ਬਿਨ ਗਿਆਨ ਨਾ ਹੋਈ। ਜਿੰਨਾ ਚਿਰ ਦੂਜੇ ਭਾਵ ਨੂੰ, ਮਾਇਆ ਦੇ ਭਾਵ ਨੂੰ ਆਪਾਂ ਮਾਰ ਨਹੀਂ ਲੈਂਦੇ, ਆਪਾਂ ਨੂੰ ਗਿਆਨ ਨਹੀਂ ਹੁੰਦਾ। ਤੇ ਮੈਂ ਅੱਗੇ ਵੀ ਇੱਕ ਦਿਨ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਪਾਤਸ਼ਾਹ ਨੇ, ਜਿਹਨੂੰ ਆਪਾਂ ਗੋਬਿੰਦ ਕਹਿੰਦੇ ਆ, ਅਕਾਲ ਪੁਰਖ ਕਹਿੰਦੇ ਆ, ਵਾਹਿਗੁਰੂ ਕਹਿੰਦੇ ਆ, ਨਾਰਾਇਣ ਕਹਿੰਦੇ ਆ, ਜੋ ਵੀ ਨਾਮ ਲੈ ਕੇ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਆ, ਉਹਦਾ ਇੱਕ ਗੁਣ ਹੈ। ਉਹ ਗੁਣ ਕੀ ਹੈ? ਜਦੋਂ ਆਪਾਂ ਉਹਨੂੰ ਸਮਝ ਲਈਏ ਤਾਂ ਫਿਰ ਆਪਾਂ ਗਿਆਨ ਦੇ ਮਾਰਗ ਤੇ ਚੱਲ ਸਕਦੇ ਹਾਂ। ਤੇ ਆਪ ਜੀ ਫਰਮਾਨ ਕਰਦੇ ਨੇ, ਗੁਣ ਗੋਬਿੰਦ ਨਾਮ। ਗੋਬਿੰਦ ਦਾ ਗੁਣ, ਗੋਬਿੰਦ ਦੀ ਪਛਾਣ ਜਿਹੜੀ ਉਹ ਨਾਮ ਦੁਆਰਾ ਹੁੰਦੀ। ਤੇ ਨਾਮ ਇੱਕ ਸ਼ਬਦ ਹੈ, ਇੱਕ ਧੁਨੀ ਹੈ, ਇੱਕ ਆਵਾਜ਼ ਹੈ। ਗੁਣ ਗੋਬਿੰਦ ਨਾਮ ਧੁਨ, ਤੇ ਉਸ ਧੁਨ ਨੂੰ ਆਪਾਂ ਅਕਾਲੀ ਜਾਂ ਸੱਚੀ ਬਾਣੀ ਕਹਿੰਦੇ ਹਾਂ। ਸੋ ਇਹ ਸੱਚੀ ਬਾਣੀ ਧੁਨ ਰੂਪ ਵਿੱਚ ਹੋਣ ਕਰਕੇ ਜਿੰਨਾ ਚਿਰ ਆਪਾਂ ਧੁਨ ਨੂੰ ਆਪਣੀ ਸੁਰਤੀ ਵਿੱਚ ਸੁਣਨ ਨਹੀਂ ਲੱਗ ਜਾਂਦੇ, ਪਰ ਇਹ ਸੁਣਦੀ ਉਦੋਂ ਆ ਜਦੋਂ ਮਨ ਬਿਲਕੁਲ ਨਿਰਮਲ ਹੋ ਚੁੱਕਿਆ ਹੁੰਦਾ, ਅਗਿਆਨਤਾ ਦਾ ਭਰਮ ਪਰਦਾ ਦੂਰ ਹੋ ਚੁੱਕਿਆ ਹੁੰਦਾ, ਤੇ ਮਨ ਬਿਲਕੁਲ ਅਡੋਲ ਹੋ ਜਾਂਦਾ, ਮਾਇਆ ਤੋਂ ਮੁਕਤ ਹੋ ਕੇ ਸ਼ਬਦ ਨਾਲ ਜੁੜ ਕੇ ਬਿਲਕੁਲ ਨਿਚਲ ਹੋ ਜਾਂਦਾ। ਉਸ ਅਵਸਥਾ ਵਿੱਚ ਜਾ ਕੇ ਆਪਾਂ ਨੂੰ ਇਹ ਗਿਆਨ ਪ੍ਰਾਪਤ ਹੁੰਦਾ। ਤੇ ਬਾਬਾ ਨਾਨਕ ਨੂੰ ਜਾਂ ਹੋਰ ਭਗਤਾਂ ਨੂੰ ਇਹ ਗਿਆਨ ਉਦੋਂ ਹੀ ਪ੍ਰਾਪਤ ਹੋਇਆ ਜਦੋਂ ਉਹਨਾਂ ਨੇ ਖਸਮ ਦੀ ਬਾਣੀ ਨੂੰ ਆਪਣੀ ਸੁਰਤੀ ਵਿੱਚ ਸੁਣਿਆ, ਧੁਨ ਰੂਪ ਵਿੱਚ। ਤੇ ਫਿਰ ਅਕਾਲ ਪੁਰਖ ਦੀ ਦਿੱਤੀ ਹੋਈ ਚੇਤਨ ਸੱਤਾ ਦੁਆਰਾ ਸਾਡੇ ਸਮਝ ਗੋਚਰੀ ਆਉਣ ਵਾਲੀ ਬਾਣੀ ਦੇ ਵਿੱਚ ਸਾਡਾ ਵਿਰਸਾ ਬਣਾ ਕੇ ਸਾਨੂੰ ਬਖਸ਼ਿਸ਼ ਕਰ ਦਿੱਤੀ। ਤੇ ਆਪਾਂ ਉਸੇ ਬਾਣੀ ਨੂੰ ਸਮਝ ਕੇ ਅੱਜ ਇਹ ਗਿਆਨ ਦਾ ਮਸਲਾ ਜਿਹੜਾ, ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ, ਕਿਉਂਕਿ ਡਾਕਟਰ ਸਾਹਿਬ ਨੇ ਵੀ ਬਹੁਤ ਚਾਨਣਾ ਪਾਉਣਾ ਹੈ, ਤੇ ਉਸ ਤੋਂ ਬਾਅਦ ਵੀਰ ਜੀ ਨੇ ਆਪਾਂ ਨੂੰ ਗੁਰਬਾਣੀ ਚੋਂ ਪੰਕਤੀਆਂ ਲੈ ਲੈ ਕੇ ਸਮਝਾਉਣਾ ਕਰਨਾ ਹੈ। ਸੋ ਮੈਂ ਇੱਥੇ ਹੀ ਸੰਕੋਚਦਾ ਹੋਇਆ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਰਬਜੀਤ ਸਿੰਘ ਹੋਰਾਂ ਨੂੰ ਬੇਨਤੀ ਹੈ, ਉਹ ਪਲੀਜ਼ ਅਨਮਿਊਟ ਕਰਕੇ ਆਪਣੇ ਵਿਚਾਰ ਇਸ ਪੌੜੀ ਬਾਰੇ ਸਾਡੇ ਨਾਲ ਸਾਂਝੇ ਕਰਨ। ਡਾਕਟਰ ਸਰਬਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਸਰਦਾਰ ਕੁਲਵੰਤ ਸਿੰਘ ਜੀ ਨੇ ਕਾਫੀ ਸੋਹਣਾ ਵਿਸਤਾਰ ਵਿੱਚ ਦੱਸ ਦਿੱਤਾ ਵਾ। ਥੋੜਾ ਨਾ ਮੈਂ ਸਿੱਧੇ ਤੌਰ ਤੇ ਜਿਹੜਾ ਹੈਗਾ ਵਾ ਇਸ ਪੌੜੀ ਬਾਰੇ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਜਿਸ ਤਰ੍ਹਾਂ ਕਿ ਆਪ ਨੂੰ ਪਹਿਲਾਂ ਪਤਾ ਹੀ ਹੈਗਾ ਕਿ ਧਰਮਖੰਡ ਦੀ ਅਵਸਥਾ ਤੋਂ ਜਿਹੜਾ ਹੈਗਾ ਵਾ ਅਸੀਂ ਗਿਆਨਖੰਡ ਦੀ ਅਵਸਥਾ ਵਿੱਚ ਇਸ ਪੌੜੀ ਵਿੱਚ ਜਿਹੜਾ ਹੈਗਾ ਵਾ ਉਹ ਆ ਰਹੇ ਹੈਗੇ ਆ। ਕਿਉਂਕਿ ਧਰਮਖੰਡ ਦੀ ਅਵਸਥਾ 'ਚ ਸੀਗਾ ਮਨੁੱਖ ਨੂੰ ਸਮਝ ਆ ਜਾਂਦੀ ਹੈਗੀ ਆ ਕਿ ਮਨੁੱਖਾ ਜੀਵਨ ਦਾ ਕੀ ਮੰਤਵ ਹੈਗਾ, ਉਹਦਾ ਕੀ ਫਰਜ਼ ਹੈਗਾ ਵਾ, ਤੇ ਉਸ ਨੂੰ ਇਸ ਧਰਤੀ ਤੇ ਅਕਾਲ ਪੁਰਖ ਨੇ ਜਿਹੜਾ ਹੈਗਾ ਵਾ
ਕੁਝ ਖਾਸ ਫਰਜ਼ ਨਿਭਾਉਣ ਵਾਸਤੇ ਜਿਹੜਾ ਹੈਗਾ ਉਹ ਭੇਜਿਆ ਹੈਗਾ ਵਾ। ਔਰ ਜਿਉਂ-ਜਿਉਂ ਮਨੁੱਖ ਨੂੰ ਆਪਣੇ ਫਰਜ਼ਾਂ ਦੀ ਸਮਝ ਆਉਣੀ ਸ਼ੁਰੂ ਹੁੰਦੀ ਹੈਗੀ ਆ, ਤੇ ਉਹਦਾ ਜਿਹੜਾ ਹੈਗਾ ਮਨ ਜਿਹੜਾ ਹੈਗਾ ਵਾ, ਹਿਰਦਾ ਜਿਹੜਾ ਹੈਗਾ ਵਾ, ਉਹ ਵਿਸ਼ਾਲ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਕਿਉਂਕਿ ਪਹਿਲਾਂ ਤੇ ਮਨੁੱਖ ਜਿਹੜਾ ਹੈਗਾ ਆਪਣੇ ਇੱਕ ਨਿੱਕੇ ਟੱਬਰ ਆਪਣੇ ਆਪ ਤੱਕ ਹੀ ਸੀਮਿਤ ਹੁੰਦਾ ਵਾ, ਔਰ ਉੱਥੇ ਤੰਗ ਦਿਲੀ ਵਿੱਚ ਰਹਿੰਦਾ ਹੈਗਾ। ਔਰ ਜਦੋਂ ਕੁਦਰਤ ਦਾ ਗਿਆਨ ਉਹਨੂੰ ਹਾਸਲ ਹੁੰਦਾ ਹੈਗਾ ਵਾ, ਉਹ ਇਸ ਤੰਗ ਦਿਲੀ ਤੋਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਵਾ। ਤੇ ਫਿਰ ਜਿਹੜਾ ਹੈਗਾ ਵਾ ਮਨੁੱਖ ਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਕਿ ਉਹ ਅਕਾਲ ਪੁਰਖ ਵੀ ਬੇਅੰਤ ਹੈਗਾ ਵਾ, ਔਰ ਉਸਦੀ ਪੈਦਾ ਕੀਤੀ ਹੋਈ ਕੁਦਰਤ ਜਿਹੜੀ ਹੈਗੀ ਉਹ ਵੀ ਬੇਅੰਤ ਹੈਗੀ। ਭਾਵ ਉਸ ਅਕਾਲ ਪੁਰਖ ਦਾ ਜਿਹੜਾ ਇਹ ਟੱਬਰ ਹੈਗਾ, ਪਰਿਵਾਰ ਹੈਗਾ ਵਾ, ਉਹ ਬਹੁਤ ਵੱਡਾ ਹੈਗਾ ਵਾ, ਜਿਸ ਵਿੱਚ ਗੁਰੂ ਮਹਾਰਾਜ ਨੇ ਇਹ ਵੀ ਸਮਝਾਇਆ ਹੈਗਾ ਵਾ, ਪੌਣ ਪਾਣੀ ਵਸੰਤਰ ਹੈਗੇ ਆ, ਕ੍ਰਿਸ਼ਨ ਵਿਸ਼ਨੂੰ ਬ੍ਰਹਮਾ ਹੈਗੇ ਆ, ਹੋਰ ਚੰਦ ਤੁਰੇ ਸੂਰਜ ਤਾਰੇ ਧਰਤੀਆਂ ਗਲੈਕਸੀਆਂ ਹੋਰ ਕਈ ਚੀਜ਼ਾਂ ਹਨ। ਔਰ ਜਿਹੜਾ ਹੈਗਾ ਵਾ ਇਹੋ ਜਦੋਂ ਮਨੁੱਖ ਜਿਉਂ-ਜਿਉਂ ਇਹਨਾਂ ਚੀਜ਼ਾਂ ਬਾਰੇ, ਸਭ ਕੁਝ ਕੁਦਰਤੀ ਰਚਨਾ ਬਾਰੇ ਆਪਣੇ ਅੰਦਰ ਗਿਆਨ ਹਾਸਲ ਕਰਨਾ ਸ਼ੁਰੂ ਕਰਦਾ ਵਾ, ਤੇ ਉਹਦੇ ਅੰਦਰੋਂ ਜਿਹੜੀ ਹੈਗੀ ਆ ਉਹ ਤੰਗ ਦਿਲੀ ਜਿਹੜੀ ਹੈਗੀ ਘਟਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਉਸ ਨੂੰ ਸਮਝਣਾ ਸ਼ੁਰੂ ਹੋ ਜਾਂਦਾ ਵਾ ਕਿ ਇਹ ਅਕਾਲ ਪੁਰਖ ਨੂੰ ਜਿਹੜਾ ਹੈਗਾ ਵਾ ਪੈਦਾ ਕਰਨ ਵਾਲਾ ਵੀ ਵਿਸ਼ਾਲ ਹੈਗਾ ਵਾ, ਔਰ ਉਸਦੀ ਕੁਦਰਤ ਵੀ ਜਿਹੜੀ ਹੈਗੀ ਆ ਉਹ ਵੀ ਵਿਸ਼ਾਲ ਹੈਗੀ ਆ। ਅਕਸਰ ਅਸੀਂ ਸ਼ਬਦ ਸੁਣਦੇ ਹਾਂ, ਕੁਦਰਤ ਕਰ ਕੈ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਔਰ ਫਿਰ ਕੀ ਹੁੰਦਾ, ਜਦੋਂ ਗਿਆਨ ਦੀ ਅਵਸਥਾ 'ਚ ਆਉਂਦਾ ਵਾ, ਮਨੁੱਖ ਨੂੰ ਜਿਹੜਾ ਹੈਗਾ ਵਾ ਉਹ ਕੁਦਰਤ ਵਿੱਚ ਜਿਹੜਾ ਹੈਗਾ ਕਾਦਰ ਅਵਸਥਾ ਦਿਖਾਈ ਦੇਣ ਲੱਗ ਪੈਂਦਾ ਵਾ। ਔਰ ਫਿਰ ਇਹੋ ਹੀ ਚੀਜ਼ ਹੁੰਦੀ ਹੈਗੀ ਆ ਜਿਹੜੀ ਮਨੁੱਖ ਨੂੰ ਜਿਹੜੀ ਹੈਗੀ ਆ ਉਹ ਆਨੰਦ ਦੀ ਅਵਸਥਾ ਵੱਲ ਫਿਰ ਲੈ ਜਾਣਾ ਸ਼ੁਰੂ ਹੋ ਜਾਂਦੀ ਹੈਗੀ ਆ। ਔਰ ਜਦੋਂ ਗਿਆਨ ਪੈਦਾ ਹੋ ਜਾਂਦਾ, ਜੇ ਗੁਰਬਾਣੀ ਦਾ ਗਿਆਨ ਪੈਦਾ ਹੋ ਜਾਂਦਾ ਵਾ, ਫਿਰ ਉਸ ਦੇ ਨਾਲ ਮਨੁੱਖ ਦੇ ਜਿਹੜੇ ਹੈਗੇ ਭਰਮ ਵਹਿਮ ਜਿਹੜੇ ਹੈਗੇ ਆ ਇਹ ਵੀ ਨਾਸ ਹੋਣੇ ਸ਼ੁਰੂ ਹੋ ਜਾਂਦੇ ਆ। ਇਸ ਨਾਲ ਦਾ ਇੱਕ ਸ਼ਬਦ ਹੈਗਾ ਵਾ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਣੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਜਿਸ ਤਰ੍ਹਾਂ ਸਰ ਕੁਲਵੰਤ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈਗਾ ਵਾ, ਫਿਰ ਮਨੁੱਖ ਦੇ ਜਿਹੜੇ ਹੈਗੇ ਆ ਸਾਰੇ ਭਰਮ ਦੂਰ ਹੋ ਜਾਂਦੇ ਹੈਗੇ ਆ, ਔਰ ਮਾਇਆ ਦੇ ਬੰਧਨ ਜਿਹੜੇ ਹੈਗੇ ਆ ਇਹ ਵੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ। ਉਹਦੇ ਅੰਦਰ ਜਿਹੜੀ ਦਵੈਤ ਭਾਵਨਾ ਹੈਗੀ ਆ ਉਹ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਆ। ਉਸ ਦੇ ਅੰਦਰ ਮੋਹ ਔਰ ਦੁਰਮਤ ਜਿਹੜੀ ਹੈਗੀ ਆ, ਸਭ ਤਰ੍ਹਾਂ ਦੇ ਵਿਕਾਰ ਜਿਹੜੇ ਹੈਗੇ ਆ ਉਹ ਫਿਰ ਨਾਸ ਹੋਣੇ ਸ਼ੁਰੂ ਹੋ ਜਾਂਦੇ ਆਪਣੇ ਆਪ, ਕਿਉਂਕਿ ਉਸ ਦੇ ਅੰਦਰ ਜਿਹੜਾ ਹੈਗਾ ਵਾ ਗਿਆਨ ਪੈਦਾ ਹੋਣਾ ਸ਼ੁਰੂ ਹੁੰਦਾ। ਔਰ ਗਿਆਨ ਜਿਹੜਾ ਹੈਗਾ ਵਾ ਉਸਦੇ ਅੰਦਰ ਜਿਹੜਾ ਅੰਧੇਰਾ ਹੁੰਦਾ ਵਾ, ਮਨ ਦੇ ਅੰਦਰ ਅਗਿਆਨਤਾ ਦਾ, ਉਹ ਜਿਹੜਾ ਖਤਮ ਹੋਣਾ ਸ਼ੁਰੂ ਹੋ ਜਾਂਦਾ ਵਾ, ਔਰ ਆਤਮ ਗਿਆਨ ਜਿਹੜਾ ਹੈਗਾ ਵਾ ਉਹ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਵਾ। ਔਰ ਇਹ ਗਿਆਨ ਜਿਹੜਾ ਹੈਗਾ ਕਿਸ ਨੇ ਦੇਣਾ ਹੈਗਾ ਵਾ? ਗੁਰੂ ਨੇ ਦੇਣਾ, ਸ਼ਬਦ ਗੁਰੂ ਨੇ ਦੇਣਾ ਹੈਗਾ ਵਾ। ਔਰ ਇਸੇ ਨਾਲ ਦਾ ਅਸੀਂ ਅਕਸਰ ਸ਼ਬਦ ਪੜ੍ਹਦੇ ਹੈਗੇ ਆ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਇਹ ਗਿਆਨ ਦਾ ਸੁਰਮਾ ਕਿਸ ਨੇ ਦੇਣਾ ਹੈਗਾ? ਗੁਰੂ ਦੁਆਰਾ ਸਾਨੂੰ ਮਿਲਣਾ ਹੈ। ਫਿਰ ਕੀ ਹੋਣਾ? ਅਗਿਆਨ ਦਾ ਅੰਧੇਰਾ ਦੂਰ ਹੋ ਜਾਣਾ ਸਾਡਾ, ਸਾਡੇ ਭਰਮ ਦਵੈਤ ਭਾਵਨਾ ਤੇ ਉਹ ਅਗਿਆਨਤਾ ਜਿਹੜੀ ਕਿ ਨਾਸ ਹੋਣੀ ਸ਼ੁਰੂ ਹੁੰਦੀ ਗਿਆ। ਉਹਦੇ ਹਰ ਕਿਰਪਾ ਤੇ ਸੰਤ ਭੇਟੇ, ਉਹ ਫਿਰ ਸੰਤ ਜਿਹੜਾ ਹੈਗਾ ਸਾਡਾ ਗੁਰੂ ਨਾਲ ਜਿਹੜਾ ਹੈਗਾ ਵਾ, ਸੱਚ ਦੇ ਨਾਲ, ਸ਼ਬਦ ਦੇ ਨਾਲ ਸਾਡਾ ਸੰਬੰਧ ਆ ਜਾਂਦਾ ਹੈਗਾ, ਤੇ ਸਾਡੇ ਅੰਦਰ ਜਿਹੜਾ ਹੈਗਾ ਵਾ ਗਿਆਨ ਪੈਦਾ ਹੋ ਜਾਂਦਾ। ਔਰ ਨਾਲੋਂ ਨਾਲ ਗੁਰੂ ਮਹਾਰਾਜ ਸਾਨੂੰ ਵਾਰਨਿੰਗ ਵੀ ਦਿੰਦੇ ਹਨ, ਸਤਿਗੁਰ ਜਿਨੇ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ। ਕਿਉਂਕਿ ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਬਿਨਾਂ ਮਨੁੱਖ ਜਿਹੜਾ ਹੈਗਾ ਵਾ ਇੱਕ ਕਿਸਮ ਦਾ ਮੂਰਖ ਹੀ ਰਹਿ ਜਾਂਦਾ, ਅਗਿਆਨੀ ਰਹਿ ਜਾਂਦਾ ਹੈਗਾ ਵਾ। ਔਰ ਮੂਰਖ ਦੀ ਪਛਾਣ ਜਿਹੜਾ ਹੈਗਾ ਗੁਰੂ ਮਹਾਰਾਜ ਨੇ ਬੜੀ ਸੋਹਣੀ ਗੁਰਬਾਣੀ ਦੱਸੀ ਹੈਗੀ ਆ, ਮੂਰਖ ਹੋਏ ਸੋ ਸੁਣੇ ਮੂਰਖ ਕਾ ਕਹਿਣਾ। ਕਿਉਂਕਿ ਮੂਰਖ ਕੀ ਹੁੰਦਾ ਵਾ, ਉਹਦੀ ਪਛਾਣ ਹੀ ਇਹੀ ਕਿ ਮੂਰਖਾਂ ਦਾ ਕਹਿਣਾ ਮੰਨਦਾ ਵਾ, ਉਹਨੂੰ ਉਹੀ ਚੀਜ਼ ਚੰਗੀ ਲੱਗਦੀ ਹੈਗੀ ਆ। ਮੂਰਖ ਕਿਆ ਲਖਣ ਹੈ, ਕਿਆ ਮੂਰਖ ਕਾ ਕਰਨਾ, ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨ। ਜਿਹੜਾ ਹੰਕਾਰ ਵਿੱਚ ਜਿਹੜਾ ਹੈਗਾ ਵਾ ਆਪਣੇ ਡੁੱਬਿਆ ਰਹਿੰਦਾ, ਕਿਉਂਕਿ ਜਿਹੜਾ ਇਨਸਾਨ ਹੰਕਾਰ ਵਿੱਚ ਡੁੱਬਿਆ ਰਹਿੰਦਾ ਹੈਗਾ ਵਾ ਉਹ ਨਾ ਕਿਸੇ ਦੂਸਰੇ ਦੀ ਗੱਲ ਸੁਣਨ ਵਾਸਤੇ ਤਿਆਰ ਹੁੰਦਾ ਵਾ, ਔਰ ਨਾ ਹੀ ਗੁਰੂ ਦੀ ਮੱਤ ਲੈਣ ਵਾਸਤੇ ਤਿਆਰ ਹੁੰਦਾ ਵਾ। ਕਿਉਂਕਿ ਗੁਰਮੁਖ ਹੀ ਹੈ ਜਿਹੜਾ ਹੈਗਾ ਵਾ ਉਹੀ ਗੁਰੂ ਦੀ ਮੱਤ ਲੈਣ ਵਾਸਤੇ ਤਿਆਰ ਹੁੰਦਾ ਵਾ। ਗੁਰਮੁਖ ਹੋਏ ਸੋ ਕਰੇ ਵਿਚਾਰ, ਉਸ ਅਲਿਪਤ ਹੋ ਰਹਿਣਾ, ਹਰ ਨਾਮ ਜਪੇ ਆਪ ਉਧਰੇ, ਉਸ ਪਿੱਛੇ ਡੁੱਬਦੇ ਵੀ ਤਰਨ। ਕਿਉਂਕਿ ਫਿਰ ਜਿਹੜਾ ਹੈਗਾ ਗੁਰਮੁਖ ਦੇ ਨਾਲ ਜਿਹੜੇ ਰਲ ਜਾਂਦੇ ਹੈਗੇ ਆ ਉਹ ਡੁੱਬਦੇ ਜਿਹੜੇ ਹੈਗੇ ਆ ਉਹ ਵੀ ਤਰਨਾ ਸ਼ੁਰੂ ਹੋ ਜਾਂਦੇ ਹੈਗੇ ਆ। ਮੂਰਖ ਦਾ ਇਹ ਪਛਾਣ ਹੈਗੀ ਆ ਕਿ ਉਹ ਵਿਅਰਥ ਹੀ ਕੰਮ ਕਰਦਾ, ਜੀਵਨ 'ਚ ਵਿਅਰਥ ਹੀ ਸੋਚਦਾ ਵਾ, ਔਰ ਵਿਅਰਥ ਗਿਆਨ ਵਾਲੀ ਜਿੱਤ ਜਾਂਦਾ ਹੈ। ਪਰ ਅੱਜ ਵੀ ਕੱਲ੍ਹ ਵੀ ਵੇਖਿਆ ਜਾਵੇ, ਲੋਕ ਜ਼ਿਆਦਾਤਰ ਵਿਅਰਥ ਗਿਆਨ ਨਾਲ ਹੀ ਮੂਰਖ ਬਣ ਰਹੇ ਹੈਗੇ, ਕਿਉਂਕਿ ਵਿਅਰਥ ਗਿਆਨ ਮੂਰਖ ਨੂੰ ਚੰਗਾ ਲੱਗਦਾ ਹੈਗਾ ਵਾ। ਔਰ ਲੋਕੀ ਵੀ ਇਹ ਚੀਜ਼ਾਂ ਆਉਂਦੇ, ਤੁਸੀਂ ਉਦਾਹਰਨ ਦੇ ਤੌਰ ਤੇ ਵੇਖ ਲਓ, ਫਿਲਮੀ ਕਹਾਣੀਆਂ ਜਾਂ ਐਕਟਰ, ਲੋਕੀ ਭੱਜੇ ਫਿਰਦੇ ਇਹਨਾਂ ਦੇ ਪਿੱਛੇ,
ਉਤੋਂ ਕੀ ਮਿਲਦਾ ਵਾ? ਮਾਰ ਧਾਰ, ਚੋਰੀ, ਧੋਖਾ, ਇਹ ਸਭ ਕੁਝ ਮਿਲਦਾ, ਵਿਕਾਰ ਮਿਲਦੇ ਹੈਗੇ ਆ, ਜਿਹੜੇ ਕਿ ਮਨੁੱਖ ਨੂੰ ਨਰਕਾਂ ਵਾਲਾ ਜੀਵਨ ਬਣਾਉਂਦੇ ਹੈਗੇ ਆ। ਦੂਸਰੇ ਪਾਸੇ ਵੀ ਜੇ ਖੇਡਾਂ ਦੇ ਮੈਦਾਨ ਨਾਲ ਵੇਖ ਲਓ, ਜ਼ਿਆਦਾ ਤੁਸੀਂ ਕ੍ਰਿਕਟ ਦੇ ਜਿਹੜੇ ਹੈਗੇ ਆ ਖਿਲਾੜੀਆਂ ਔਰ ਉਹਨਾਂ ਦੇ ਵੀ ਸਕੋਰ ਕਿੰਨੇ ਹੋ ਗਏ ਆ, ਉਹ ਹੀ ਵੇਖਦੇ ਰਹਿਣਗੇ। ਔਰ ਇਸ ਪ੍ਰੋਪੇਗੰਡੇ ਨੇ ਬਾਕੀ ਸਾਰੀਆਂ ਖੇਡਾਂ ਖਤਮ ਕਰ ਦਿੱਤੀਆਂ। ਜੋ ਲੋਕਾਂ ਦੀ ਸਿਹਤ ਬਣਨੀ ਸੀਗੀ ਉਹ ਵੀ ਘਟਣੀ ਸ਼ੁਰੂ ਹੋ ਗਈ। ਜੇ ਬੱਚਿਆਂ ਦਾ ਵੇਖ ਲਓ, ਕਾਰਟੂਨਾਂ ਦੀਆਂ ਹਵਾਈ ਕਹਾਣੀਆਂ, ਬੜੇ ਤਰ੍ਹਾਂ ਦੇ ਫੋਰਨ ਕੰਟਰੀ ਵਿੱਚ ਵੀ ਜਾਂ ਦੂਸਰੇ ਤਰ੍ਹਾਂ ਵੀ ਸੀਰੀਅਲ ਤੁਹਾਨੂੰ ਵੇਖਣ ਮਿਲਣਗੇ ਬੱਚਿਆਂ ਦੇ, ਔਰ ਉਹੋ ਜਿਹੇ ਖਿਡੌਣੇ ਵਿਕਣੇ ਸ਼ੁਰੂ ਹੋ ਜਾਏਗੇ। ਭਾਵ ਬੱਚਿਆਂ ਦੀ ਸੋਚ ਬਚਪਨ ਤੋਂ ਹੀ ਬਦਲੀ ਜਾ ਰਹੀ ਹੈਗੀ। ਜੇ ਇਸਤਰੀਆਂ ਜਾਂ ਔਰਤਾਂ ਵੱਲ ਵੇਖਿਆ ਜਾਵੇ, ਉਹ ਵੀ ਜ਼ਿਆਦਾਤਰ ਜਿਹੜੀ ਹੈਗੇ ਆਪਣੇ ਸੀਰੀਅਲ ਨਾਲ ਹੀ ਪ੍ਰਭਾਵਿਤ ਹੈਗੀ ਆ, ਔਰ ਉਹਨਾਂ ਵਿੱਚ ਹੀ ਪਰਿਵਾਰਕ ਕਲੇਸ਼ ਜ਼ਿਆਦਾਤਰ ਇਹੋ ਜਿਹੀ ਸਿੱਖਿਆ ਹੀ ਹੁੰਦੀ ਹੈਗੀ ਆ। ਪਰਿਵਾਰਕ ਕਿਸ ਤਰ੍ਹਾਂ ਬਣਾਉਣੇ ਹੈਗੇ ਆ, ਉਹ ਤੁਹਾਨੂੰ ਕੋਈ ਵਿਰਲਾ ਇਹੋ ਜਿਹਾ ਕੋਈ ਸੀਰੀਅਲ ਮਿਲੇਗਾ। ਭਾਵ ਅਜਿਹੇ ਵਿਅਰਥ ਗਿਆਨ ਦਾ ਪ੍ਰਚਾਰ ਬਹੁਤ ਹੋ ਰਿਹਾ, ਔਰ ਇਹ ਵਪਾਰਕ ਕੰਪਨੀਆਂ ਹੈਗੀਆਂ ਜਿਹੜੀਆਂ ਆਪਣੇ ਸਵਾਰਥ ਵਾਸਤੇ ਕਰਦੀਆਂ ਹੈਗੀਆਂ, ਤਾਂ ਜੋ ਲੋਕਾਂ ਦੀ ਸੋਚ ਬਦਲ ਦਿੱਤੀ ਜਾਵੇ, ਉਹਨਾਂ ਨੂੰ ਸੱਚ ਦੀ ਪਹਿਚਾਣ ਖਤਮ ਹੋ ਜਾਏ। ਔਰ ਜਦੋਂ ਸੱਚ ਦੀ ਪਛਾਣ ਕਿਸੇ ਨੂੰ ਖਤਮ ਹੋ ਗਈ, ਉਹਨੂੰ ਜੋ ਮਰਜ਼ੀ ਵੇਚੀ ਜਾਓ, ਉਹਦਾ ਵੱਧ ਤੋਂ ਵੱਧ ਭਾਅ 'ਤੇ ਵੀ ਖਰੀਦ ਲਏਗਾ। ਉਦਾਹਰਨ ਇੱਕ ਹੈਗੀ ਹੈ ਕੋਲਡ ਡਰਿੰਕ ਆ, ਜਿਸ ਦਾ ਕੋਈ ਫਾਇਦਾ ਨਹੀਂ, ਸਿਰਫ ਨੁਕਸਾਨ ਹੀ ਨੁਕਸਾਨ ਹੈਗੇ ਆ, ਔਰ ਦੁੱਧ ਤੋਂ ਇਹਦੀ ਜ਼ਿਆਦਾ ਕੀਮਤ ਹੈਗੀ। ਵੇਖੋ, ਪ੍ਰੋਪੇਗੰਡੇ ਨਾਲ ਘਟੀਆ ਚੀਜ਼ ਲੋਕਾਂ ਦੀ ਸਿਹਤ ਖਰਾਬ ਨਾਲ ਹੀ ਹਰ ਇੱਕ ਇਨਸਾਨ ਪੀਂਦਾ ਵਾ, ਔਰ ਦੁੱਧ ਜਿਸ ਦੇ ਨਾਲ ਸਿਹਤ ਬਣਦੀ ਹੈਗੀ ਆ, ਉਹ ਕੋਈ ਵਿਰਲਾ ਹੀ ਅੱਜ ਕੱਲ੍ਹ ਤੁਸੀਂ ਟਾਵਾਂ ਵੇਖੋਗੇ ਜਿਹੜਾ ਪੀਂਦਾ ਹੈਗਾ। WhatsApp 'ਤੇ ਵੀ ਵਿਅਰਥ ਪ੍ਰਚਾਰ ਦਾ ਜਿਹੜਾ ਹੈਗਾ ਬਹੁਤ ਹੋ ਰਿਹਾ ਹੈਗਾ। ਜੀਵਨ ਜਾਤ ਦੇ ਗਿਆਨ ਕੋਈ ਵਿਰਲਾ ਹੀ ਦਿੰਦਾ ਹੈਗਾ, ਔਰ ਜੇ ਗਲਤੀ ਨਾਲ ਕੋਈ ਗਿਆਨ ਦੇ ਦੇਣਾ, ਤੇ ਉਸ ਨੂੰ ਲੈਣ ਵਾਲੇ ਵੀ ਬਹੁਤ ਘੱਟ ਹੁੰਦੇ ਆ। ਜਿਸ ਤਰ੍ਹਾਂ ਤੁਸੀਂ ਅੱਜ ਆਪਣੇ ਪ੍ਰੋਗਰਾਮ 'ਚ ਹੀ ਵੇਖ ਲਓ ਕਿ ਕਿੰਨੀ ਕੁ ਗਿਣਤੀ ਹੈਗੀ ਆ ਜਿਹੜੇ ਲੋਕੀ ਹੈਗੀ ਆ ਸੱਚ ਦਾ ਗਿਆਨ ਲੈਣ ਵਾਸਤੇ ਆਣੇ ਹੈ। ਕਿਉਂਕਿ ਹੁੰਦਾ ਕੀ ਆ, ਉੱਪਰੋਂ ਡਿੱਗਣਾ ਥੱਲੇ ਬੜਾ ਸੌਖਾ ਵਾ, ਲੇਕਿਨ ਥੱਲਿਓਂ ਉੱਪਰ ਜਾਣ ਵਾਸਤੇ, ਚੜ੍ਹਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਔਰ ਇਹੋ ਹੀ ਸਾਡੇ ਮਨ ਦੇ ਨਾਲ ਹੈਗਾ ਵਾ। ਘਟੀਆ ਚੀਜ਼ ਸਿੱਖਣੀ ਹੋਵੇ ਬੜੀ ਸੌਖੀ ਹੈਗੀ ਆ, ਮਨੁੱਖ ਭਜਦੇ ਹੈਗੇ ਆ। ਘਟੀਆ ਪਿਕਚਰ ਜਾਂ ਹੋਰ ਪ੍ਰੋਗਰਾਮ ਵੇਖ ਲਓ, ਲੋਕੀ ਹਜ਼ਾਰਾਂ ਦੀ ਗਿਣਤੀ 'ਚ ਹਜ਼ਾਰਾਂ ਰੁਪਏ ਦੇ ਕੇ ਜਿਹੜਾ ਉਹਨੂੰ ਵੇਖਣ ਵਾਸਤੇ ਚਲੇ ਜਾਂਦੇ ਹੈਗੇ। ਲੇਕਿਨ ਸੱਚ ਦੀ ਚੀਜ਼ ਜੇ ਕੋਈ ਫ੍ਰੀ 'ਚ ਵੀ ਦਿੰਦਾ ਹੈਗਾ ਵਾ, ਤੇ ਉਹ ਵੀ ਲੇਖਣ ਦੀ ਸਾਰ ਨਹੀਂ। ਔਰ ਗੁਰਬਾਣੀ ਨੇ ਸਾਨੂੰ ਜਿਹੜਾ ਹੈਗਾ ਵਾ ਕੁਦਰਤ ਦੇ ਜੀਵਨ ਜਾਚ ਦੀ ਸਿੱਖਿਆ ਦਿੰਦੀ ਹੈਗੀ, ਔਰ ਉਸ ਨੂੰ ਅਗਰ ਸਿੱਖਿਆ ਨੂੰ ਲੈਣਾ ਹੈਗਾ ਸਾਨੂੰ, ਤਾਂ ਸਾਨੂੰ ਸ਼ਬਦ ਗੁਰੂ ਦੇ ਅੱਗੇ ਅਰਪਣ ਕਰਨਾ ਪੈਣਾ ਵਾ, ਤਾਂ ਹੀ ਉਹ ਗਿਆਨ ਅਸੀਂ ਹਾਸਲ ਕਰ ਸਕਦੇ ਹੈਗੇ ਆ। ਮੈਂ ਜਸਟ ਬਰੀਫ ਕਰ ਦੂੰਗਾ, ਬਾਕੀ ਸਰਦਾਰ ਗੁਰਚਰਨ ਸਿੰਘ ਜੀ, ਪ੍ਰੋਫੈਸਰ ਗੁਰਚਰਨ ਸਿੰਘ ਜੀ ਆਪਦੇ ਨਾਲ ਵਿਸਤਾਰ ਜਾਣਦੇ ਹੈਗੇ ਆ, ਕਿਉਂਕਿ ਜੋ ਮੈਂ ਮੇਨ ਪੁਆਇੰਟ ਇਹਨਾਂ 'ਚੋਂ ਡਿਸਕਸ ਕਰੂੰਗਾ। ਕਿਉਂਕਿ ਜਿਸ ਤਰ੍ਹਾਂ ਧਰਮਖੰਡ ਕਾ ਇਹੋ ਧਰਮ, ਗਿਆਨਖੰਡ ਕਾ ਖੋਰਮ ਜਿਹੜਾ ਹੈਗਾ ਵਾ, ਇਹ ਹੁਣ ਜਿਹੜਾ ਹੈਗਾ ਇਸ ਸ਼ਬਦ ਵਿੱਚ ਅੱਗੇ ਵਿਆਖਿਆ ਕੀਤੀ ਜਾ ਰਹੀ ਹੈਗੀ ਆ। ਕੀਤੇ ਪੌਣ ਪਾਣੀ ਵੇਸੰਤਰ, ਕੀਤੇ ਕਾਨ ਮੇਸ। ਹੁਣ ਵੇਖੋ, ਜਪਜੀ ਸਾਹਿਬ 'ਚ ਅਸੀਂ ਇਹ ਪੜ੍ਹਦੇ ਹਾਂ ਨਾ, ਕੀਤੇ ਪੌਣ ਪਾਣੀ ਵੇਸਰ, ਕੀਤੇ ਕਾਨ ਮੇਸ, ਕੀਤੇ ਬਰਮੇ ਕਾਰਤ ਕਰੀਏ ਰੂਪ ਰੰਗ ਕੇ ਵੇਸ। ਅੱਗੇ ਕੀ ਪੜ੍ਹਦੇ ਹਾਂ? ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨੈਂਦ, ਕੀਤੀਆਂ ਸੁਰਤੀ ਸੇਵਕ, ਕੀਤੇ ਨਾਨਕ ਅੰਤ ਅਨੰਤ। ਹੁਣ ਵੇਖੋ, ਗੁਰੂ ਮਹਾਰਾਜ ਨੇ ਖਾਣੀਆਂ ਦੀ ਗੱਲ ਕੀਤੀ ਹੈਗੀ, ਭਾਵੇਂ ਗੁਰਬਾਣੀ 'ਚ ਚਾਰ ਖਾਣੀਆਂ ਬਹੁਤ ਵਾਰੀ ਵਰਤਿਆ ਗੱਲ ਸ਼ਬਦ, ਲੇਕਿਨ ਇੱਥੇ ਸਪਸ਼ਟ ਕਰ ਰਹੇ ਹੈਗੇ ਆ, ਕੀਤੀਆਂ ਖਾਣੇ, ਕੀਤੀਆਂ ਬਾਣੀਆਂ, ਕੀਤੇ ਪਾਤ ਨੈਂਦ ਦੀ ਗੱਲ ਹੋ ਰਹੀ ਹੈਗੀ ਆ, ਕਿ ਅਣਗਿਣਤ ਖਾਣੀਆਂ ਹੈਗੀਆਂ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਇਹ ਧਿਆਨ ਰੱਖਣਾ ਹੈਗਾ ਵਾ ਕਿ ਗੁਰੂ ਮਹਾਰਾਜ ਜਿਹੜਾ ਹੈਗਾ ਵਾ ਕਈ ਚੀਜ਼ਾਂ ਦੀ ਕਲੈਰੀਫਿਕੇਸ਼ਨ ਕਰ ਦਿੰਦੇ ਹੈਗੇ ਆ, ਔਰ ਇਸੇ ਵੇਖੋ ਕਲੈਰੀਫਿਕੇਸ਼ਨ ਅਸੀਂ ਸੁਖਮਨੀ ਸਾਹਿਬ ਦਾ ਪਾਠ ਵੀ ਰੋਜ਼ਾਨਾ ਪੜ੍ਹਦੇ ਹਾਂ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ। ਇੱਥੇ ਸਪਸ਼ਟ ਕਰ ਦਿੱਤਾ ਹੈਗਾ ਵਾ, ਕੀਤੀਆਂ ਖਾਣੀ ਜੋ ਜਪਜੀ ਸਾਹਿਬ 'ਚ ਕਿਹਾ ਗਿਆ ਵਾ, ਉਹ ਇੱਥੇ ਵੀ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਵਾ ਸਟ੍ਰੈਸ ਕਰਕੇ ਦੱਸਿਆ ਹੈਗਾ ਕਿ ਭਾਵੇਂ ਗੁਰਬਾਣੀ 'ਚ ਜਿਹੜਾ ਹੈਗਾ ਵਾ ਚਾਰ ਖਾਣੀਆਂ ਬਹੁਤ ਵਾਰੀ ਵਰਤਿਆ ਗਿਆ ਹੈਗਾ, ਪਰ ਗੁਰਮਤ ਦਾ ਸਿਧਾਂਤ ਇਹ ਹੈਗਾ ਵਾ ਕਿ ਇਹ ਅਣਗਿਣਤ ਖਾਣੀਆਂ ਹੈਗੀਆਂ, ਕਿਉਂਕਿ ਕੁਦਰਤ ਦੀ ਰਚਨਾ ਅਣਗਿਣਤ ਹੈਗੀ ਆ। ਔਰ ਜਦੋਂ ਅਸੀਂ ਕੁਦਰਤ ਦੀ ਅਣਗਿਣਤ ਰਚਨਾ ਦਾ ਜਿਹੜਾ ਗਿਆਨ ਜਿਹੜਾ ਹੈਗਾ ਵਾ ਆਪਣੇ ਅੰਦਰ ਹਾਸਲ ਕਰਨਾ ਸ਼ੁਰੂ ਕਰਾਂਗੇ, ਤਾਂ ਆਟੋਮੈਟਿਕਲੀ ਸਾਡੇ ਅੰਦਰ ਉਹ ਵਿਚਾਰਧਾਰਾ ਪੈਦਾ ਹੋਣੀ ਸ਼ੁਰੂ ਹੋ ਜਾਏਗੀ, ਉਹ ਸੋਚ ਪੈਦਾ ਹੋਣੀ ਸ਼ੁਰੂ ਹੋ ਜਾਏਗੀ ਕਿ ਉਹ ਅਕਾਲ ਪੁਰਖ ਬੇਅੰਤ ਹੈ, ਉਸ ਦੀ ਰਚਨਾ ਬੇਅੰਤ ਹੈ, ਔਰ ਉਸ ਦਾ ਇੱਕ ਟੱਬਰ ਜਿਹੜਾ ਬਹੁਤ ਵੱਡਾ ਹੈਗਾ ਵਾ, ਔਰ ਜਿੰਨੇ ਜੀਵ ਜੰਤੂ ਹੈਗੇ ਆ ਉਸ ਦੀ ਕੁਦਰਤ ਹੈਗਾ ਵਾ, ਉਸ ਦਾ ਸਾਡਾ ਵੀ ਸਤਿਕਾਰ ਕਰਨਾ ਬਣਦਾ ਹੈਗਾ। ਪੌਣ ਪਾਣੀ ਬੇਸੰਤਰ ਹੈ ਭਾਵੇਂ, ਜਾਂ ਹੋਰ ਕੀ ਚੀਜ਼ਾਂ ਹੈਗੀਆਂ, ਕੁਦਰਤ ਦੇ ਰਿਸੋਰਸਿਸ ਸਾਡੇ ਵਾਸਤੇ ਦਿੱਤੇ ਗਏ, ਜਿਸ ਤਰ੍ਹਾਂ ਪਹਿਲੇ ਧਰਮਖੰਡ 'ਚ ਅਸੀਂ ਗੱਲ ਕੀਤੀ ਹੈਗੀ ਆ, ਔਰ ਉਹਨਾਂ ਰਿਸੋਰਸਿਸ ਨੂੰ ਅਸੀਂ ਧਿਆਨ ਨਾਲ ਵਰਤਣਾ ਹੈਗਾ। ਅੱਜ ਅਸੀਂ ਇਹਨਾਂ ਰਿਸੋਰਸਿਸ ਨੂੰ ਧਿਆਨ ਨਾਲ ਨਹੀਂ ਵਰਤ ਰਹੇ, ਇਸੇ ਕਰਕੇ ਫੋਰਨ ਕੰਟਰੀ 'ਚ ਹਾਲੇ ਬਰਬਾਦੀ ਨਹੀਂ ਆਈ ਹੈਗੀ, ਲੇਕਿਨ ਪੰਜਾਬ 'ਚ ਤੁਸੀਂ ਵੇਖ ਰਹੇ ਜੇ ਕਿਸ ਤਰ੍ਹਾਂ ਪਾਣੀ ਦੀ ਜਿਹੜੀ ਹੈਗੀ ਆ ਕਿੱਲਤ ਹੋਣੀ ਸ਼ੁਰੂ ਹੋ ਜਾਏਗੀ। ਇਸ ਕਰਕੇ ਲੋੜ ਹੈਗਾ ਵਾ ਗੁਰੂ ਦਾ ਗਿਆਨ ਅਸੀਂ ਹਾਸਲ ਕਰੀਏ,
ਮਨ ਦੇ ਅੰਦਰ ਉਹ ਅਗਿਆਨਤਾ ਦੂਰ ਕਰੀਏ, ਸੱਚ ਦੇ ਨਾਲ ਜੁੜੀਏ। ਔਰ ਜਦੋਂ ਅਸੀਂ ਉਸ ਸੱਚ ਦੇ ਨਾਲ ਸ਼ੁਰੂ ਹੋ ਜਾਵਾਂਗੇ, ਸਾਡਾ ਹਿਰਦਾ ਵਿਸ਼ਾਲ ਹੋਣਾ ਸ਼ੁਰੂ ਹੋ ਜਾਏਗਾ, ਔਰ ਆਟੋਮੈਟਿਕਲੀ ਸਾਡੇ ਹਿਰਦੇ ਦੇ ਅੰਦਰ ਜਿਹੜਾ ਹੈਗਾ ਵਾ ਉਹ ਆਨੰਦ ਦੀ ਅਵਸਥਾ ਜਿਹੜੀ ਹੈਗੀ ਆ ਬਣਨੀ ਸ਼ੁਰੂ ਹੋ ਜਾਏਗੀ, ਔਰ ਸਾਡਾ ਜੀਵਨ ਜਿਹੜਾ ਹੈਗਾ ਵਾ ਸੱਚਿਆਰ ਬਣਨ ਦੀ ਦਿਸ਼ਾ ਵੱਲ ਚੱਲਣਾ ਸ਼ੁਰੂ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਡਾਕਟਰ ਸਰਬਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਇੱਕ ਬੜੇ ਵੱਖਰੇ ਐਂਗਲ ਤੋਂ ਇਸ ਪੌੜੀ ਦੀ ਵਿਚਾਰ ਦੱਸੀ ਹੈ ਕਿ ਅੱਜ ਅਸੀਂ ਕਿਵੇਂ ਦੁਨਿਆਵੀ ਗਿਆਨ ਜਿਹੜਾ ਹੈ ਉਹਦੀ ਦੁਰਵਰਤੋਂ ਜ਼ਿਆਦਾ ਕਰ ਰਹੇ ਹਾਂ, ਵਰਤੋਂ ਪ੍ਰੋਪਰ ਨਹੀਂ ਕਰ ਰਹੇ। ਤਾਂ ਇਸ ਕਰਕੇ ਵੀ ਹੈਵ ਟੂ ਬੀ ਅਵੇਅਰ ਵੀ ਆਲ ਦੀ ਸਪੈਸ਼ਲੀ ਦਾ ਯੂਥ ਐਂਡ ਦਾ ਕਿਡਸ, ਤੇ ਗਿਆਨ ਕਿਹੜਾ ਲੈਣਾ ਹੈ, ਕਿੰਨਾ ਲੈਣਾ ਹੈ, ਉਹਦੀ ਸਮਝ ਜਿਹੜੀ ਹੈ ਉਹ ਸਾਨੂੰ ਹੋਣੀ ਚਾਹੀਦੀ ਹੈ। ਆਓ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੀ ਇਸ ਪੌੜੀ ਦੀ ਵਿਚਾਰ ਅਖਰੀ ਅਰਥ ਕਰਦਾ ਹੋਇਆ ਮੈਂ ਇਸ ਨੂੰ ਬਾਣੀ ਰਾਹੀਂ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਧਰਮ ਖੰਡ ਕਾ ਇਹੋ ਧਰਮ, ਇਹੋ ਮੀਨਸ ਇਹੀ। ਧਰਮ ਖੰਡ ਵਾਲੀ ਅਵਸਥਾ ਦਾ ਨਿਯਮ ਜੋ ਹੈ, ਉਹਦੀ ਬਣਾਵਟ ਜੋ ਹੈ, ਉਹਦਾ ਜੋ ਸਟੇਟਸ ਹੈ, ਇਹੀ ਹੈ। ਭਾਵ ਇਸ ਤੋਂ ਪਹਿਲੀਆਂ ਜਿਹੜੀਆਂ ਪੰਕਤੀਆਂ ਦੇ ਵਿੱਚ ਆਲਰੇਡੀ ਉਹਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਗਿਆਨ ਖੰਡ ਕਾ ਆਖੋ ਕਰਮ, ਤੇ ਹੁਣ ਸਤਿਗੁਰੂ ਜੀ ਅਵੇਅਰ ਕਰ ਰਹੇ ਨੇ। ਆਓ ਹੁਣ ਗਿਆਨ ਖੰਡ ਵਾਲੀ ਅਵਸਥਾ ਦਾ ਜਿਹੜਾ ਕਰਮ ਹੈ, ਉਹਦਾ ਨਿਯਮ ਬਣਤਰ ਹੈ, ਉਸ ਨੂੰ ਆਖਣ ਦਾ, ਸਮਝਣ ਦਾ ਯਤਨ ਕਰੀਏ। ਕਿਉਂਕਿ ਗਿਆਨ ਜੋ ਹੈ ਉਹ ਵਿਸ਼ਾਲ ਹੈ, ਉਹਦੀ ਕੋਈ ਸੀਮਾ ਨਹੀਂ ਹੈ, ਕੋਈ ਲਿਮਿਟੇਸ਼ਨ ਨਹੀਂ ਹੈ। ਜਿਹਨੂੰ ਸਤਿਗੁਰੂ ਜੀ ਨੇ ਬਾਣੀ ਅੰਦਰ ਜਪਜੀ ਸਾਹਿਬ ਦੇ ਅੰਦਰ ਬਹੁਤ ਸਾਰੀਆਂ ਪੌੜੀਆਂ ਵਿੱਚ ਐਕਸਪਲੇਨ ਕੀਤਾ ਹੈ ਵੀ ਉਹਦਾ ਅੰਤ ਨਹੀਂ ਹੈ, ਉਹਨੂੰ ਕਿਸੇ ਢੰਗ ਨਾਲ ਮੇਜਰਮੈਂਟ ਨਹੀਂ ਕੀਤਾ ਜਾ ਸਕਦਾ। ਇੱਕ ਦੋ ਅੱਖਰ ਮੈਂ ਸਭ ਤੋਂ ਉੱਪਰ ਲਿਖੇ ਹਨ, ਈੜੀ ਲਾਵਾਂ ਤੇ ਹਾਹੇ ਨੂੰ ਔਕੜ ਹੈ, ਈੜੀ ਲਾ ਤੇ ਹਾਹੇ ਨੂੰ ਹੋੜਾ ਹੈ। ਇਹਨਾਂ ਦੋਨਾਂ ਦਾ ਉਚਾਰਨ ਧਿਆਨ ਨਾਲ ਕਰਨਾ ਹੈ। ਪਹਿਲਾ ਜੋ ਹੈ ਹਾਹੇ ਔਕੜ ਨਾਲ ਹੈ, ਇਹਨੂੰ ਇਹੋ ਨਹੀਂ ਪੜਨਾ ਹੈ। ਅਣਜਾਣ ਦੇ ਵਿੱਚ ਵਿਆਕਰਨ ਦੇ ਰੂਲ ਨਾ ਪਤਾ ਹੋਣ ਕਰਕੇ ਅਸੀਂ ਇਸ ਨੂੰ ਇਹੋ ਪੜ ਜਾਂਦੇ ਹਾਂ। ਨੋ, ਇਹਦਾ ਉਚਾਰਨ ਹੈ ਇਹ। ਹਾਹੇ ਦੀ ਔਕੜ ਇੰਡੀਕੇਟ ਕਰਦੀ ਹੈ ਦਿਸ ਵਰਡ ਇਜ਼ ਅ ਸਿੰਗੂਲਰ, ਇੱਕ ਵਚਨ ਦੀ ਗੱਲ ਕੀਤੀ ਜਾ ਰਹੀ ਹੈ। ਦੂਸਰਾ ਵਰਡ ਜਿਹੜਾ ਹੋੜੇ ਨਾਲ ਹੈ, ਉਸ ਨੂੰ ਅਸੀਂ ਐਜ਼ ਇਟ ਇਜ਼ ਇਹੋ ਕਰਕੇ ਪੜਨ ਦਾ ਯਤਨ ਕਰਦੇ ਹਾਂ। ਸਤਿਗੁਰੂ ਜੀ ਪੌੜੀ ਅੰਦਰ ਬੜੇ ਸੋਹਣੇ ਢੰਗ ਨਾਲ ਵਿਸਤਾਰ ਨਾਲ ਸਮਝਾਉਣਾ ਕਰ ਰਹੇ ਨੇ ਕਿ ਉਸ ਅਕਾਲ ਪੁਰਖ ਨੇ ਜਿਹੜੀ ਸ੍ਰਿਸ਼ਟੀ ਬਣਾਈ ਹੈ, ਉਹਦੇ ਵਿੱਚ ਹਵਾ, ਪਾਣੀ, ਅੱਗ ਕਿੰਨੇ ਹਨ, ਨੋਬਡੀ ਨੋਜ਼। ਉਹਨੂੰ ਮਿਣਿਆ ਗਿਣਿਆ ਮਾਪਿਆ ਨਹੀਂ ਜਾ ਸਕਦਾ ਹੈ, ਕਿਸੇ ਢੰਗ ਨਾਲ ਮੇਜਰਮੈਂਟ ਨਹੀਂ ਕੀਤਾ ਜਾ ਸਕਦਾ। ਇਹ ਧਰਤੀ ਤੇ ਕ੍ਰਿਸ਼ਨ ਵਰਗੇ, ਸ਼ਿਵ ਮਹੇਸ਼ ਵਰਗੇ ਬ੍ਰਹਮੇ ਜਿਹੜੇ ਘੜੇ ਗਏ ਹਨ, ਉਹਨਾਂ ਦੀ ਗਿਣਤੀ ਵੀ ਕਿੰਨੀ ਹੈ, ਨੋਬਡੀ ਕੈਨ ਟੈਲ ਅਸ ਪ੍ਰੋਪਰਲੀ। ਭਾਵ ਬੇਅੰਤ ਹਨ ਉਹਨਾਂ ਦੇ ਰੂਪ, ਉਹਨਾਂ ਦੇ ਪਹਿਰਾਵੇ, ਉਹਨਾਂ ਦੇ ਪ੍ਰਸ਼ਾਦ, ਉਹਨਾਂ ਦੀਆਂ ਮਨੌਤਾਂ, ਸਾਰਿਆਂ ਦੀਆਂ ਵੱਖੋ ਵੱਖਰੀਆਂ ਕਿੰਨੀਆਂ ਹੀ ਹਨ। ਇਹ ਧਰਤੀਆਂ ਕਿੰਨੀਆਂ ਨੇ, ਆਕਾਸ਼ ਕਿੰਨੇ ਨੇ, ਰੂਹ ਦੇ ਉਪਦੇਸ਼ ਕਿੰਨੇ ਨੇ, ਇੰਦਰ ਦੇਵਤੇ ਕਿੰਨੇ ਨੇ, ਸੂਰਜ ਚੰਦਰਮਾ ਕਿੰਨੇ ਨੇ, ਕਿੰਨੀਆਂ ਪਲੈਨਟ, ਕਿੰਨੀਆਂ ਗਲੈਕਸੀਜ਼ ਕਿੰਨੀਆਂ ਨੇ, ਉਹ ਵੀ ਅਸੀਂ ਜਾਣ ਨਹੀਂ ਸਕਦੇ, ਗਿਣ ਨਹੀਂ ਸਕਦੇ ਹਾਂ। ਇਹ ਧਰਤੀ ਤੇ ਸਿੱਧ, ਬੁੱਧ, ਨਾਥ ਉਹ ਕਿੰਨੇ ਹਨ, ਉਹਨਾਂ ਨੂੰ ਵੀ ਚੰਗੇ ਕਿਸੇ ਢੰਗ ਨਾਲ ਗਿਣਤੀ ਦੇ ਵਿੱਚ ਨਹੀਂ ਜਾਣਿਆ ਜਾ ਸਕਦਾ ਹੈ। ਦੇਵਤੇ, ਰਾਖਸ਼, ਮੁਨੀ, ਰਾਜੇ, ਮਹਾਰਾਜੇ ਤੇ ਇਸ ਧਰਤੀ ਤੇ ਖਾਣੀਆਂ, ਭਾਵ ਪੈਦਾਇਸ਼ ਦੇ ਢੰਗ ਤਰੀਕੇ, ਬਾਣੀ, ਬੋਲ, ਲੈਂਗੁਏਜਸ, ਰਾਜੇ ਮਹਾਰਾਜੇ ਕਿੰਨੇ ਹਨ, ਸੁਰਤੀਆਂ ਤੇ ਉਹਨਾਂ ਦੇ ਸੇਵਕ ਕਿੰਨੇ ਹਨ। ਐਂਡ ਇਨ ਦਾ ਲਾਸਟ ਆਫ ਦੈਟ ਗੁਰੂ ਨਾਨਕ ਕਨਕਲੂਡ, ਨਾਨਕ ਅੰਤ ਨਾ ਅੰਤ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ। ਹੁਣ ਕਿਉਂਕਿ ਗਿਆਨ ਖੰਡ ਵਾਲੀ ਅਵਸਥਾ ਦਾ ਜ਼ਿਕਰ ਕਰਨਾ ਹੈ, ਤਾਂ ਗਿਆਨ ਜਿਹੜਾ ਹੈ ਜਦੋਂ ਬਹੁਤ ਸਾਰਾ ਇਕੱਠਾ ਹੋ ਜਾਵੇ, ਅਸੀਂ ਉਸ ਨੂੰ ਪ੍ਰਾਪਤ ਕਰ ਲਈਏ, ਤਾਂ ਉਹ ਗਿਆਨ ਕਈ ਵਾਰੀ ਸਾਨੂੰ ਅਹੰਕਾਰ ਵਿੱਚ ਲੈ ਕੇ ਜਾਂਦਾ ਹੈ ਵੀ ਮੈਂ ਬਹੁਤ ਸਿਆਣਾ ਹੋ ਗਿਆ ਹਾਂ,
ਮੈਂ ਬਹੁਤ ਗਿਆਨਵਾਨ ਵਿਦਵਾਨ ਹੋ ਗਿਆ ਹਾਂ। ਤੇ ਉਸ ਢੰਗ ਨਾਲ ਉਹ ਆਪਣੀ ਅਕਲ, ਸੋਚ, ਮਨਮਤ ਗਿਆਨ ਦੇ ਨਾਲ ਪਰਮੇਸ਼ਰ ਨੂੰ ਗਿਣਤੀ ਦੇ ਵਿੱਚ, ਮੇਜਰਮੈਂਟ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਉਹਦੀ ਬਣਾਈ ਹੋਈ ਕੁਦਰਤ ਨੂੰ ਗਿਣਨ ਦਾ ਯਤਨ ਕਰਦਾ ਹੈ। ਔਰ ਸਤਿਗੁਰੂ ਜੀ ਨੇ ਕਨਕਲੂਜਨ ਦਿੱਤਾ ਹੈ ਵੀ ਕਿਸੇ ਵੀ ਢੰਗ ਨਾਲ ਨਾ ਪਰਮੇਸ਼ਰ ਨੂੰ, ਨਾ ਉਹਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਕਿਸੇ ਢੰਗ ਨਾਲ ਵੀ ਗਿਣਿਆ ਮਿਣਿਆ ਮੇਜਰਮੈਂਟ ਨਹੀਂ ਕੀਤਾ ਜਾ ਸਕਦਾ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਹੁਣ ਇਸ ਜਿਹੜੀ ਗਿਆਨ ਖੰਡ ਵਾਲੀ ਅਵਸਥਾ ਹੁੰਦੀ ਹੈ, ਸਟੇਟਸ ਹੈ, ਇਹਦੇ ਜਿਹੜਾ ਗਿਆਨ ਹੈ ਉਹ ਬਹੁਤ ਤੇਜ਼ ਹੈ, ਤਾਕਤਵਰ ਹੈ, ਬਲਵਾਨ ਹੈ। ਤੇ ਇਹੋ ਜਿਹੀ ਤਾਕਤ ਨੂੰ ਕੰਟਰੋਲ ਕਰਨ ਵਾਸਤੇ ਕੋਈ ਢੰਗ ਤਰੀਕਾ ਜੋ ਸਤਿਗੁਰੂ ਜੀ ਨੇ ਬਾਣੀ ਅੰਦਰ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਨੂੰ ਵੀ ਸਮਝਣ ਦਾ ਯਤਨ ਕਰਾਂਗੇ। ਤੇ ਇਸ ਗਿਆਨ ਖੰਡ ਵਾਲੀ ਅਵਸਥਾ ਦੇ ਵਿੱਚ ਤਿੱਥ ਹੈ, ਨਾਦ, ਵਿਨੋਦ, ਕੋਡ, ਆਨੰਦ। ਤਿੱਥ ਹੈ ਗਿਆਨ ਖੰਡ ਵਾਲੀ ਅਵਸਥਾ ਦੇ ਅੰਦਰ ਕਿੰਨੇ ਹੀ ਰਾਗ ਨੇ, ਕਿੰਨੀਆਂ ਆਵਾਜ਼ਾਂ ਨੇ, ਕਿੰਨੇ ਵਿਸਮਾਦ ਦੀਆਂ ਅਵਸਥਾਵਾਂ ਨੇ, ਤਮਾਸ਼ੇ ਨੇ, ਕੋਡ ਨੇ, ਅਸ਼ਚਰਜ, ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਨੇ। ਕਹਿੰਦੇ ਨੇ ਉਹਨਾਂ ਨੂੰ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਗਿਣ ਨਹੀਂ ਸਕਦੇ, ਮੇਜਰਮੈਂਟ ਨਹੀਂ ਕਰ ਸਕਦੇ ਹਾਂ, ਨਾ ਹੀ ਉਸ ਨੂੰ ਮਾਪਿਆ ਤੋਲਿਆ ਜਾ ਸਕਦਾ ਹੈ। ਸਤਿਗੁਰੂ ਜੀ ਇਸ ਗਿਆਨ ਦੀ ਅਵਸਥਾ ਨੂੰ, ਗਿਆਨ ਨੂੰ ਕਈ ਰੂਪਾਂ ਦੇ ਵਿੱਚ ਸਾਡੇ ਸਾਹਮਣੇ ਸਾਨੂੰ ਸਮਝਾਉਣਾ ਕਰਦੇ ਨੇ। ਗਿਆਨ ਕੀ ਹੈ, ਕੈਸਾ ਗਿਆਨ ਲੈਣਾ ਹੈ, ਉਸ ਗਿਆਨ ਦੀ ਵਰਤੋਂ ਕਿਵੇਂ ਕਰਨੀ ਹੈ, ਸੱਚਾ ਗਿਆਨ ਕਿਵੇਂ ਹੈ, ਇਹ ਪ੍ਰਾਪਤ ਕਿਵੇਂ ਹੁੰਦਾ ਹੈ, ਇਸ ਬਾਰੇ ਸਤਿਗੁਰੂ ਜੀ ਸਾਡੇ ਨਾਲ ਗੁਰਬਾਣੀ ਰਾਹੀਂ ਸਾਂਝ ਪਾਉਣ ਦਾ ਯਤਨ ਕਰਦੇ ਨੇ। ਮਨਮੁਖ ਭੁੱਲੈ ਭੁਲਾਈਐ, ਭੂਲੀ ਠੌਰ ਨਾ ਕਾਏ, ਗੁਰ ਬਿਨ ਕੋ ਨਾ ਦਿਖਾਵੇ, ਅੰਧੀ ਆਵੈ ਜਾਏ, ਗਿਆਨ ਪਦਾਰਥ ਖੋਇਆ, ਠਗਿਆ ਮੁੱਠਾ ਜਾਏ। ਜਿਹੜਾ ਮਨੁੱਖ ਗਿਆਨ ਨਹੀਂ ਹੈ, ਸੱਚ ਦਾ ਗਿਆਨ ਨਹੀਂ ਹੈ, ਉਸਨੇ ਉਹ ਗੁਰੂ ਧਾਰਨ ਨਹੀਂ ਕੀਤਾ, ਗੁਰੂ ਤੋਂ ਗਿਆਨ ਨਹੀਂ ਲਿਆ ਗਿਆ ਹੈ, ਤੇ ਉਸ ਅਗਿਆਨਤਾ ਕਰਕੇ ਇਸ ਸੰਸਾਰ ਦੇ ਵਿੱਚ ਉਹ ਠੱਗਿਆ ਜਾ ਰਿਹਾ ਹੈ। ਉਹਦੇ ਜਿਹੜੇ ਮਾੜੇ ਮੋਟੇ ਗੁਣ ਨੇ, ਚੰਗਿਆਈਆਂ ਨੇ, ਉਹ ਵੀ ਅੰਜਾਈ ਜਾ ਰਹੇ ਹਨ। ਆਓ ਸਖੀ ਗੁਣ ਕਾਮਣ ਕਰੀ ਹਾਂਜੀਓ, ਮਿਲ ਸੰਤ ਜਨਾ ਰੰਗ ਮਾਣਿਆ ਹੈ ਰਲੀਆਂ ਜੀਓ, ਗੁਰ ਦੀਪਕ ਗਿਆਨ ਸਦਾ ਮਨ ਬਲਿਆ ਜੀਓ। ਇਹ ਗੱਲ ਸਤਿਗੁਰੂ ਬਾਰ-ਬਾਰ ਅਵੇਅਰ ਕਰਨਗੇ। ਗਿਆਨ ਲੈਣ ਵਾਸਤੇ ਗੁਰੂ ਦਾ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਕੇਵਲ ਇਸ ਸੱਚੇ ਗਿਆਨ ਦੀ ਗੱਲ ਨਹੀਂ, ਦੁਨੀਆ ਦੀ ਕੋਈ ਐਜੂਕੇਸ਼ਨ, ਕੋਈ ਪੜ੍ਹਾਈ, ਕੋਈ ਗਿਆਨ, ਨੌਲੇਜ ਲੈਣੀ ਹੋਵੇ ਤਾਂ ਉਹਦੇ ਵਾਸਤੇ ਕੋਈ ਨਾ ਕੋਈ ਗੁਰੂ, ਟੀਚਰ ਧਾਰਨ ਕਰਨਾ ਪੈਂਦਾ ਹੈ। ਉਸ ਨੌਲੇਜ ਨੂੰ ਲੈਣ ਵਾਸਤੇ ਉਹਦੀ ਕਲਾਸ ਵਿੱਚ ਬਹਿਣਾ ਪੈਂਦਾ ਹੈ, ਉਹਨੂੰ ਸਮਝਣਾ ਪੈਂਦਾ ਹੈ, ਤਾਂ ਉਹ ਪ੍ਰਾਪਤ ਹੁੰਦਾ ਹੈ। ਗੁਰੂ ਜਿਹੜਾ ਗਿਆਨ ਦਾ ਦਾਤਾ ਹੈ, ਪ੍ਰਕਾਸ਼ਮਾਨ ਹੈ, ਹੁਣ ਇਹੋ ਜਿਹਾ ਗੁਰੂ ਹੀ ਸਾਨੂੰ ਗਿਆਨ ਦੇ ਸਕਦਾ ਹੈ। ਤੇ ਜਦੋਂ ਇਹ ਗਿਆਨ ਆਉਂਦਾ ਹੈ ਤਾਂ ਫਿਰ ਮਨ ਦੇ ਅੰਦਰ ਇੱਕ ਖਾਸ ਤਰ੍ਹਾਂ ਦੀ ਲਹਿਰ ਜਿਹੜੀ ਹੈ ਉਹ ਉਤਪੰਨ ਹੁੰਦੀ ਹੈ, ਜਿਹਨੂੰ ਖੁਸ਼ੀ ਵੀ ਕਹਿ ਸਕਦੇ ਹਾਂ, ਆਨੰਦ ਵੀ ਕਹਿ ਸਕਦੇ ਹਾਂ। ਉਹ ਸਾਡੇ ਮਨ ਵਿੱਚ ਕ੍ਰੀਏਟ ਹੁੰਦੀ ਹੈ। ਕੋਈ ਛੋਟਾ ਬੱਚਾ ਵੀ ਤੁਸੀਂ ਦੇਖੋ ਨਾ, ਜਦੋਂ ਉਹਨੂੰ ਕੋਈ ਨੌਲੇਜ ਮਿਲਦੀ ਹੈ, ਕਿਸੇ ਚੀਜ਼ ਨੂੰ ਸਮਝਦਾ ਹੈ, ਤਾਂ ਬੜਾ ਖੁਸ਼ ਹੁੰਦਾ ਹੈ। ਮੰਮਾ ਮੈਂ 2 ਦਾ ਟੇਬਲ ਯਾਦ ਕਰ ਲਿਆ, ਕਿੰਨਾ ਖੁਸ਼ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਗੁਰੂ ਦੇ ਰਾਹੀਂ ਜਦੋਂ ਇਹ ਗਿਆਨ, ਸੱਚ ਦਾ ਪ੍ਰਕਾਸ਼ ਹੁੰਦਾ ਹੈ, ਮਨ ਦੇ ਅੰਦਰ ਬਹੁਤ ਸਾਰੇ ਜਿਹੜੀਆਂ ਤਰੰਗਾਂ ਨੇ ਉਹ ਉੱਠਦੀਆਂ ਨੇ, ਤੇ ਉਹ ਪੋਜ਼ਿਟਿਵ ਹੁੰਦੀਆਂ ਨੇ, ਤੇ ਉਸ ਮਨ ਨੂੰ ਚੰਗੇ ਢੰਗ ਦੇ ਨਾਲ ਉਸ ਅਵਸਥਾ ਵਿੱਚ ਲੈ ਕੇ ਜਾਂਦੀਆਂ ਨੇ। ਗਿਆਨ ਪਦਾਰਥ ਪਾਈਆ ਤ੍ਰਿਭਵਨ ਸੋਝੀ ਹੋਏ। ਜਿੰਨਾ ਜਿੰਨਾ ਗਿਆਨ ਮਨੁੱਖ ਪ੍ਰਾਪਤ ਕਰਦਾ ਹੈ, ਗਿਆਨ ਨੂੰ ਸਤਿਗੁਰੂ ਜੀ ਨੇ ਇੱਕ ਪਦਾਰਥ ਕਿਹਾ ਹੈ, ਇੱਕ ਮਟੀਰੀਅਲ ਕਿਹਾ ਹੈ, ਜਿਹਦੀ ਪ੍ਰਾਪਤੀ ਕਰਨੀ ਹੈ। ਤੇ ਜਦੋਂ ਇਹ ਮਿਲਦਾ ਹੈ ਗੁਰੂ ਦੇ ਰਾਹੀਂ, ਸੱਚੇ ਗੁਰੂ ਦੇ ਰਾਹੀਂ, ਤਾਂ ਉਸ ਨੂੰ ਇਸ ਪਰਮੇਸ਼ਰ ਦੀ ਬਣਾਈ ਹੋਈ ਸ੍ਰਿਸ਼ਟੀ ਦੀ ਸੋਝੀ ਮਿਲਦੀ ਹੈ। ਤੇ ਸੂਝ ਵਿੱਚ ਕੀ ਸਮਝ ਆਉਂਦਾ ਹੈ ਕਿ ਇਹ ਸ੍ਰਿਸ਼ਟੀ ਬੇਅੰਤ ਹੈ, ਕਾਦਰ ਦੀ ਕੁਦਰਤ ਬੇਅੰਤ ਹੈ, ਤੇ ਇਹਨੂੰ ਗਿਣਿਆ ਮਿਥਿਆ ਨਹੀਂ ਜਾ ਸਕਦਾ ਹੈ। ਇਹ ਸੋਝੀ ਮਿਲਦੀ ਹੈ। ਨਿਰਮਲ ਨਾਮ ਨਾ ਵਿਸਰੈ, ਜੇ ਗੁਣ ਕਾ ਗਾਹਕ ਹੋਏ, ਅੰਧਿਆਰੈ ਦੀਪਕ ਆਨ ਜਲਾਏ। ਸਤਿਗੁਰੂ ਅੱਗੇ ਸਮਝਾਉਣਾ ਕਰ ਰਹੇ ਨੇ, ਗੁਰ ਗਿਆਨ
ਗੁਰੂ ਲਿਵ ਲਾਗੇ। ਹੁਣ ਦੇਖੋ ਪਹਿਲੇ ਪੰਕਤੀ ਦੇ ਅੰਦਰ ਗਿਆਨ ਨੰਨੇ ਨੂੰ ਮੁਕਤਾ ਸੀ, ਕੋਈ ਵਾਵਲਸ ਨਹੀਂ ਹੈ, ਉਹ ਬਹੁਵਚਨ ਦਾ ਲਖਾਇਕ ਸੀ, ਪਲੂਰਲ ਦਾ ਲਖਾਇਕ ਸੀ। ਹੁਣ ਇੱਥੇ ਗਿਆਨ ਨੰਨੇ ਨੂੰ ਸਿਆਰੀ ਆ ਰਿਹਾ ਹੈ। ਗੁਰ ਗਿਆਨ, ਗੁਰੂ ਦੇ ਗਿਆਨ ਦੇ ਰਾਹੀਂ ਗੁਰੂ ਲਿਵ ਲਾਗੇ ਤੁਹਾਡੀ ਗੁਰੂ ਨਾਲ ਸਾਂਝ ਬਣ ਸਕਦੀ ਹੈ, ਪਿਆਰ ਬਣ ਸਕਦਾ ਹੈ। ਅਗੇਨ ਮੈਂ ਇੱਕ ਮਿਸਾਲ ਲੈਂਦਾ ਹੁੰਦਾ ਸਕੂਲ ਦੀ, ਕਾਲਜ ਦੀ। ਜੇ ਮੈਂ ਮੈਥ ਸਿੱਖਣਾ ਹੈ ਤੇ ਮੈਨੂੰ ਮੈਥ ਦੇ ਟੀਚਰ ਦੀ ਕਲਾਸ ਵਿੱਚ ਬਹਿਣਾ ਪਵੇਗਾ। ਆਈ ਹੈਡ ਟੂ ਸਿਟ ਦੇਅਰ। ਜੇ ਮੈਂ ਬਾਇਓਲੋਜੀ ਸਿੱਖਣੀ ਹੈ, ਮੈਨੂੰ ਬਾਇਓਲੋਜੀ ਦੇ ਟੀਚਰ ਦੀ ਕਲਾਸ ਵਿੱਚ ਬਹਿਣਾ ਪਵੇਗਾ, ਤਾਂ ਉਹ ਮੈਂ ਸਿੱਖ ਸਕਾਂਗਾ, ਤਾਂ ਮੇਰਾ ਧਿਆਨ, ਮੇਰੀ ਸੋਚ ਜੋ ਹੈ ਉਸ ਸਬਜੈਕਟ ਦੇ ਵਿੱਚ ਲੱਗੇਗੀ। ਹੁਣ ਮੈਂ ਸਿੱਖਣਾ ਹੋਵੇ ਬਾਇਓਲੋਜੀ ਤੇ ਮੈਂ ਮੈਥ ਦੀ ਕਲਾਸ ਵਿੱਚ ਬਹਿ ਜਾਵਾਂ, ਮੇਰਾ ਧਿਆਨ ਨਹੀਂ ਜੁੜ ਸਕਦਾ ਹੈ। ਇਸੇ ਤਰ੍ਹਾਂ ਸੱਚੇ ਗੁਰੂ ਦੇ ਗਿਆਨ ਦੇ ਰਾਹੀਂ ਮੇਰਾ ਮਨ ਉਸ ਗੁਰੂ ਦੇ ਨਾਲ ਜੁੜਦਾ ਹੈ, ਮੇਰੀ ਸੋਚ ਸ਼ਬਦ ਦੇ ਨਾਲ ਜੁੜਦੀ ਹੈ, ਤੇ ਉਹਦਾ ਰਿਜ਼ਲਟ ਕੀ ਹੈ? ਅਗਿਆਨ ਅੰਧੇਰਾ ਬਿਨ ਸੁਨਾਸਿਓ। ਜਦੋਂ ਹਨੇਰਾ ਹੈ ਤਾਂ ਜਸਟ ਟਰਨ ਔਨ ਦਾ ਲਾਈਟ, ਹਨੇਰਾ ਚਲਾ ਜਾਵੇਗਾ। ਮਨ ਵਿੱਚ, ਜੀਵਨ ਦੇ ਅੰਦਰ ਅਗਿਆਨਤਾ ਹੈ, ਤੇ ਜਦੋਂ ਮੈਂ ਸਤਿਗੁਰੂ ਦਾ ਸੱਚਾ ਗਿਆਨ ਲੈਂਦਾ ਹਾਂ, ਇਹ ਅਗਿਆਨਤਾ ਦਾ, ਭਰਮ ਭੁਲੇਖੇ ਦਾ, ਦੁਆਲੀ ਦਾ ਹਨੇਰਾ ਚਲਾ ਜਾਂਦਾ ਹੈ। ਘਰ ਵਸਤ ਲਹੀ ਮਨ ਜਾਗੇ। ਹੁਣ ਜਦੋਂ ਇਹ ਮੈਨੂੰ ਗੁਰੂ ਦੀ ਗਿਆਨ ਮਿਲਿਆ ਹੈ, ਇਹ ਵਸਤ, ਇਹ ਪਦਾਰਥ ਮਿਲ ਗਿਆ ਹੈ, ਹੁਣ ਮੇਰਾ ਮਨ ਜਾਗ ਪਿਆ ਹੈ। ਸਤਿਗੁਰੂ ਅੱਗੇ ਸਮਝਾਉਣਾ ਕਰਦੇ ਨੇ, ਪਇਓ ਪ੍ਰਕਾਸ਼ ਸਰਬ ਉਜਿਆਰਾ, ਗੁਰ ਗਿਆਨ ਮਨੈ ਪ੍ਰਗਟਾਇਓ। ਹੁਣ ਫਿਰ ਖਿਆਲ ਕਰਨਾ, ਪ੍ਰਕਾਸ਼ ਕਹਿੰਦੇ ਨੇ ਚਾਨਣ, ਉਜਿਆਰਾ ਵੀ ਚਾਨਣ ਹੈ। ਲਾਈਟ ਸਵਿਚ ਔਨ ਕੀਤਾ, ਚਾਨਣ ਹੋ ਗਿਆ। ਹੁਣ ਇਹ ਸੱਚੇ ਗੁਰੂ ਦਾ ਜਿਹੜਾ ਗਿਆਨ ਹੈ, ਇਹ ਚਾਨਣ ਕਿਵੇਂ ਆ ਰਿਹਾ ਹੈ? ਅਸੀਂ ਕਹਿੰਦੇ ਆ ਨਾ ਰੋਜ਼, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ। We never said ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲਿਆ ਜਾਵੇ, ਪ੍ਰਕਾਸ਼ ਕੀਤਾ ਜਾਵੇ। ਇਟ ਮੀਨ ਉੱਥੇ ਕੋਈ ਪ੍ਰਕਾਸ਼ ਹੈ, ਉੱਥੇ ਕੋਈ ਐਨਲਾਈਟਨਮੈਂਟ ਹੈ, that we have to achieve that one। ਤੇ ਹੁਣ ਉਹ ਸੱਚੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠਾਂਗੇ, ਗੱਲਾਂ ਕਰਾਂਗੇ, ਤਾਂ ਉਹ ਗਿਆਨ ਸਮਝ ਆਵੇਗਾ, ਉਹ ਉਜਿਆਰਾ ਮੇਰੇ ਮਨ ਅੰਦਰ ਵੀ ਆਵੇਗਾ। ਗੁਰ ਗਿਆਨ ਮਨੈ ਪ੍ਰਗਟਾਇਓ, ਮਨੈ ਮਨ ਦੇ ਵਿੱਚ। ਹੁਣ ਜਦੋਂ ਗੁਰ ਗਿਆਨ, ਇੱਥੇ ਨੰਨੇ ਨੂੰ ਔਕੜ ਹੈ। ਪਹਿਲੇ ਦੋ ਗਿਆਨ ਜਿਹੜੇ ਪਿਛਲੇ ਸਨ, ਇੱਕ ਮੁਕਤਾ ਸੀ, ਇੱਕ ਸਿਆਰੀ ਨਾਲ ਸੀ। ਹੁਣ ਇਹ ਨੰਨੇ ਨੂੰ ਔਕੜ ਵਾਲਾ ਗਿਆਨ ਪਾਰਟਿਕੂਲਰ ਗਿਆਨ ਹੈ, ਸੱਚੇ ਗਿਆਨ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਮਨ ਦੇ ਵਿੱਚ ਪ੍ਰਗਟ ਹੋ ਰਿਹਾ ਹੈ, ਤੇ ਇਹ ਪ੍ਰਗਟ ਹੋਣ ਦੀ ਨਿਸ਼ਾਨੀਆਂ, ਅੰਮ੍ਰਿਤ ਨਾਮ ਪੀਓ, ਮਨ ਤ੍ਰਿਪਿਆ, ਅਨੁਪੈ ਠਹਿਰਾਇਓ। ਹੁਣ ਉਹ ਸ਼ਬਦ ਦੇ ਰਾਹੀਂ, ਉਹ ਨਾਮ ਅੰਮ੍ਰਿਤ, ਉਹ ਮੈਂ ਪੀਂਦਾ ਹਾਂ, ਮਨ ਰੱਜ ਗਿਆ ਹੈ ਡਿਜ਼ਾਇਰ ਤੋਂ, ਤ੍ਰਿਸ਼ਨਾਵਾਂ ਤੋਂ। ਕਠਨ ਕ੍ਰੋਧ ਘਟ ਹੀ ਕੇ ਭੀਤਰ, ਜੈ ਸੁਧ ਸਭ ਵਿਸਰਾਈ, ਰਤਨ ਗਿਆਨ ਸਭ ਕੋ ਹਿਰ ਲੀਨਾ, ਪਾਸਿਓ ਕਛ ਨਾ ਬਸਾਈ। ਇੱਥੇ ਹੁਣ ਗਿਆਨ ਨੂੰ ਰਤਨ ਕਿਹਾ ਜਾ ਰਿਹਾ। ਇੱਕ ਆਮ ਮੈਟਲ ਹੁੰਦਾ ਹੈ, ਉਸ ਤੋਂ ਕੀਮਤੀ ਪਿੱਤਲ ਹੁੰਦਾ ਹੈ, ਕਾਪਰ ਹੁੰਦੀ ਹੈ, ਫਿਰ ਉਸ ਤੋਂ ਬਾਅਦ ਚਾਂਦੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਸੋਨਾ ਹੁੰਦਾ ਹੈ, ਫਿਰ ਉਸ ਤੋਂ ਬਾਅਦ ਸਭ ਤੋਂ ਕੀਮਤੀ ਡਾਇਮੰਡ, ਹੀਰੇ, ਰਤਨ ਹੁੰਦੇ ਨੇ। ਤਾਂ ਹੁਣ ਇਸ ਗਿਆਨ ਨੂੰ, ਸੱਚੇ ਗਿਆਨ ਨੂੰ ਸਤਿਗੁਰੂ ਰਤਨ ਕਹਿ ਰਹੇ ਨੇ। ਜਦੋਂ ਇਹ ਰਤਨ ਰੂਪੀ ਗਿਆਨ ਮੈਨੂੰ ਮਿਲਦਾ ਹੈ, ਤਾਂ ਦੁਨਿਆਵੀ ਗਿਆਨ ਬਹੁਤ ਛੋਟੇ ਪੈ ਜਾਂਦੇ ਨੇ। ਮੇਰੇ ਮਨ ਦਾ ਹਨੇਰਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂਸਿਓ ਸਭ ਕਿਛ ਨਾ ਬਸਾਈ। ਹੁਣ ਉਸ ਰਤਨ ਗਿਆਨ ਦੇ ਨਾਲ ਮੈਨੂੰ ਦੂਸਰੇ ਗਿਆਨ ਫਿੱਕੇ ਲੱਗਦੇ ਨੇ। ਯਾਦ ਰੱਖਣਾ, ਦੁਨਿਆਵੀ ਗਿਆਨ, ਦੁਨਿਆਵੀ ਐਜੂਕੇਸ਼ਨ ਕੰਮ ਆਉਂਦੀ ਹੈ, ਪਰ ਹਰ ਜਗ੍ਹਾ ਨਹੀਂ ਆਵੇਗੀ। ਪਰ ਸੱਚ ਦਾ ਗਿਆਨ ਹਰ ਜਗ੍ਹਾ ਕੰਮ ਆਉਂਦਾ ਹੈ। ਇਨ ਬਿਦ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾ। ਸੰਗਤ ਜੀ, ਇੱਕ ਖਿਆਲ ਕਰਨਾ, ਹੁਣ ਜਦੋਂ ਇਨ ਬਿਦ, ਇਸ ਢੰਗ ਦੇ ਨਾਲ, ਰਾਮ ਰਮਤ ਮਨ ਮਾਨਿਆ, ਇਸ ਢੰਗ ਦੇ ਨਾਲ ਮੇਰਾ ਉਸ ਪਰਮੇਸ਼ਰ ਰਾਮ ਦੇ ਨਾਲ
ਮਨ ਰਮਿਆ ਗਿਆ ਇੱਕਮਿਕ ਹੋ ਗਿਆ। ਹੁਣ ਇਹ ਰਾਹੋਂ ਦੀ ਬੰਦ ਹੈ, ਖਿਆਲ ਕਰਨਾ। ਇਹ ਸਾਰੇ ਢੰਗ ਤਰੀਕੇ ਸਾਰੇ ਸ਼ਬਦ ਦੇ ਵਿੱਚ ਮੌਜੂਦ ਨੇ, ਜਿਹੜਾ 221 ਦੇ ਉੱਪਰ ਹੈ। ਜਦੋਂ ਤੱਕ ਤੁਸੀਂ ਇਹ ਸ਼ਬਦ ਪੂਰੇ ਢੰਗ ਨਾਲ ਪੜ੍ਹ ਕੇ ਇੱਕ ਇੱਕ ਲਾਈਨ ਜੋ ਹੈ ਰਾਹੋਂ ਦੇ ਬੰਦ ਨਾਲ ਰਿਲੇਟ ਨਹੀਂ ਕਰੋਗੇ, ਗੱਲ ਪੂਰੀ ਤਰ੍ਹਾਂ ਸਮਝ ਕਦੇ ਨਹੀਂ ਆਵੇਗੀ। ਤੇ ਮੈਂ ਇਸ ਕਰਕੇ ਸਾਰੇ ਸ਼ਬਦ ਆਪਣੀ ਨਾਲ ਸਾਂਝੇ ਨਹੀਂ ਕਰ ਸਕਦਾ ਹਾਂ, ਪਰ ਯੂ ਹੈਵ ਟੂ ਡੂ ਐਜ਼ ਅ ਹੋਮਵਰਕ। ਕਲਾਸ ਦਾ ਹੋਮਵਰਕ ਯਾਦ ਹੈ ਨਾ ਕਿਵੇਂ ਕਰੀਦਾ ਸੀ? ਤਾਂ ਇਹ ਸ਼ਬਦ ਹੌਲੀ ਹੌਲੀ ਇੱਕ ਇੱਕ ਕਰਕੇ ਘਰ ਵਿੱਚ ਇਸ ਨੂੰ ਡਿਟੇਲ ਨਾਲ ਪੜ੍ਹਨਾ ਹੈ। ਗਿਆਨ ਅੰਜਨ ਗੁਰ ਸ਼ਬਦ ਪਛਾਨਿਆ। ਇਹ ਜਿਹੜਾ ਗਿਆਨ ਦਾ ਸੁਰਮਾ ਹੈ, ਸਮਝ ਹੈ, ਗੁਰੂ ਦੇ ਸ਼ਬਦ ਦੇ ਰਾਹੀਂ ਪਛਾਣ ਹੋ ਸਕਦੀ ਹੈ। ਇੱਕ ਸੁਖ ਮਾਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਪਰਮ ਚੁਕਾਇਆ। ਜਿਉਂ-ਜਿਉਂ ਇਹ ਗਿਆਨ ਬਾਣੀ ਮੇਰੇ ਮਨ ਜੀਵਨ ਦਾ ਹਿੱਸਾ ਬਣਦੀ ਹੈ, ਮੈਨੂੰ ਸਹਿਜ ਪ੍ਰਾਪਤ ਹੁੰਦਾ ਹੈ। ਮੇਰੇ ਭਰਮ ਮਿਟਦੇ ਜਾ ਰਹੇ ਨੇ। ਲਾਲ ਭਏ ਸੂਹਾ ਰੰਗ ਮਾਇਆ, ਨਦਰ ਭਈ ਬਿਖ ਠਾਕ ਰਹਾਇਆ। then action is there। ਯਾਦ ਰੱਖਣਾ, ਉਹਦਾ ਰਿਜ਼ਲਟ ਵੀ ਨਜ਼ਰ ਆਉਂਦਾ ਹੈ। ਕਰਮ ਕਰਦੇ ਜਾਵਾਂਗੇ, ਉਹਦਾ ਕੋਈ ਨਾ ਕੋਈ ਐਕਸ਼ਨ ਸਾਡੇ ਸਾਹਮਣੇ ਆਉਂਦਾ ਹੈ। ਸਤਿਗੁਰੂ ਜੀ ਅੱਗੇ ਸਮਝਾਉਣਾ ਕਰ ਰਹੇ ਨੇ, ਚਿੰਤ ਵਿਸਾਰੀ ਏਕ ਦ੍ਰਿਸ਼ ਪਿਤਾ, ਨਾਨਕ ਗਿਆਨ ਅੰਜਨ ਜੈਨ ਨੇਤਰਾ। ਹੁਣ ਨਾਨਕ ਜੀ ਕਹਿ ਰਹੇ ਨੇ, ਜਦੋਂ ਜਦੋਂ ਮੈਂ ਆਪਣੀਆਂ ਅੱਖਾਂ ਦੇ ਅੰਦਰ ਇਹ ਗਿਆਨ ਰੂਪੀ, ਨੌਲੇਜ ਰੂਪੀ, ਵਿਜ਼ਡਮ ਰੂਪੀ ਸਰਮਾ ਪਾਇਆ ਹੈ, ਚਿੰਤ ਵਿਸਾਰੀ, ਮੇਰੀਆਂ ਚਿੰਤਾਵਾਂ ਖਤਮ ਹੋ ਗਈਆਂ। ਏਕ ਦ੍ਰਿਸ਼ਟੇਤਾ, ਹੁਣ ਮੈਨੂੰ ਹਰ ਪਾਸੇ ਇੱਕੋ ਅਕਾਲ ਪੁਰਖ ਨਜ਼ਰ ਆਉਂਦਾ ਹੈ। ਸਹਿਜ ਸਿਫਤ ਭਗਤ ਤਤ ਗਿਆਨਾ। ਇਹ ਗਿਆਨ ਦਾ ਤਤ ਹੈ। ਸਹਿਜ ਨੂੰ ਧਾਰਨ ਕਰਨਾ, ਉਸ ਪਰਮਾਤਮਾ ਦੀ ਸਿਫਤ ਵਡਿਆਈ ਭਗਤੀ ਕਰਨੀ, ਇਹ ਗਿਆਨ ਦੇ ਵਿੱਚੋਂ, ਤਤ ਦੇ ਵਿੱਚੋਂ ਗੱਲ ਸਮਝ ਆਉਣੀ ਹੈ। ਐਂਡ ਰਿਜ਼ਲਟ ਵਿਲ ਬੀ ਦੇਅਰ। ਸਦਾ ਆਨੰਦ ਨੇਚਲ ਸੱਚ ਥਾਨਾ। ਹਰ ਵੇਲੇ ਆਨੰਦ ਹੈ ਕਿ ਉਹ ਸੱਚਾ ਥਾਨ ਮੈਨੂੰ ਲਗਾਤਾਰ ਮਿਲਦਾ ਚਲਾ ਜਾ ਰਿਹਾ ਹੈ। ਉਸ ਅਵਸਥਾ ਦੇ ਵਿੱਚ ਮੈਂ ਆਪਣੇ ਜੀਵਨ ਨੂੰ ਢਾਲਦਾ ਚਲਾ ਜਾ ਰਿਹਾ ਹਾਂ। ਸਤਿਗੁਰੂ ਜੀ ਬਾਣੀ ਦੇ ਅੰਦਰ ਕਈ ਥਾਂ ਸਾਨੂੰ ਇਹ ਗੱਲ ਬਾਰ-ਬਾਰ ਅਵੇਅਰ ਕਰ ਰਹੇ ਨੇ, ਬਾਰ-ਬਾਰ ਸਮਝਾਉਣਾ ਕਰ ਰਹੇ ਹਨ। ਮਨਮੁਖ ਅਗਿਆਨ ਦੁਰਮਤ ਅਹੰਕਾਰੀ। ਹੁਣ ਇਹ ਗਿਆਨ ਕੌਣ ਨਹੀਂ ਲੈਂਦਾ? ਕੌਣ ਇਹ ਅਗਿਆਨਤਾ ਵਿੱਚ ਰਹਿੰਦਾ ਹੈ? ਮਨਮੁਖ। ਸਤਿਗੁਰੂ ਇੱਥੇ ਸਮਝਾਉਣਾ ਕਰ ਰਹੇ ਨੇ, ਮਨਮੁਖ ਜਿਹੜਾ ਹੈ, ਜਿਹੜਾ ਆਪਣੇ ਮਨ ਦੀ ਕਰਦਾ ਹੈ, ਉਹ ਹਮੇਸ਼ਾ ਅਗਿਆਨਤਾ ਵਿੱਚ ਰਹੇਗਾ। ਦੁਰਮਤ, ਕਿਉਂਕਿ ਉਹਦੀ ਮਤ ਭੈੜੀ ਹੈ, ਕੁਮਤ ਹੈ, ਤੇ ਉਹ ਅਹੰਕਾਰ ਵਿੱਚ ਵਿਚਰਦਾ ਹੈ। ਸਤਿਗੁਰੂ ਜੀ ਅੱਗੇ ਥਾਂ ਇੱਕ ਥਾਂ ਆਖਦੇ ਨੇ, ਮਨਮੁਖ ਅਗਿਆਨ ਕੁਮਾਰਗ ਪਾਏ। ਉਹ ਕੁਮਾਰਗ ਪਾਓ ਗਲਤ ਰਸਤੇ ਪੈ ਜਾਂਦਾ ਹੈ। ਕੁਮਾਰਗ, ਭੈੜਾ ਮਾਰਗ, ਗਲਤ ਮਾਰਗ, ਰੌਂਗ ਵੇ, ਰੌਂਗ ਡਾਇਰੈਕਸ਼ਨ ਵਿੱਚ ਆ ਜਾਂਦਾ ਹੈ। ਇਹਨੂੰ ਬਿਦ ਰਾਮ ਰਤਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ। ਸਤਿਗੁਰੂ ਜੀ ਅੱਗੇ ਤਾਂ ਸਮਝਾਉਣਾ ਕਰਦੇ ਨੇ ਕਿ ਜਦੋਂ ਜਦੋਂ ਇਹ ਗਿਆਨ ਮੇਰੇ ਜੀਵਨ ਦਾ ਹਿੱਸਾ ਬਣਦਾ ਹੈ, ਮੇਰੇ ਜੀਵਨ ਦੇ ਵਿੱਚ ਆਉਂਦਾ ਹੈ, ਮੈਨੂੰ ਉਸ ਸੱਚੇ ਗਿਆਨ ਦੇ ਰਾਹੀਂ ਪਰਮਾਰਥ ਨਾਲ ਮੇਰਾ ਸਾਂਝ, ਮੇਰਾ ਪਿਆਰ ਬਣਦਾ ਹੈ। ਇੰਟਰਨੈਟ ਸਲੋ ਹੋਣ ਕਰਕੇ ਸਲਾਈਡ ਥੋੜੀ ਜਿਹੀ ਸਲੋ ਕਈ ਵਾਰੀ ਹੋ ਜਾਂਦੀਆਂ ਨੇ, ਉਸ ਲਈ ਮੈਂ ਮਾਫੀ ਚਾਹੁੰਦਾ ਹਾਂ। ਮਨਮੁਖ ਅਗਿਆਨ ਕੁਮਾਰਗ ਪਾਏ, ਨੰਨੇ ਨੂੰ ਸਿਆਰੀ ਹੈ। ਮਨਮੁਖ ਜੋ ਹੈ ਅਗਿਆਨਤਾ ਦੇ ਵਿੱਚ ਹੈ, ਗਿਆਨ ਤਾਂ ਸਖਣਾ ਹੈ ਤੇ ਗਲਤ ਪਾਸੇ ਚੱਲ ਪਿਆ ਹੈ। ਉਹਦੀ ਨਿਸ਼ਾਨੀ ਕੀ ਹੈ? ਗਲਤ ਰਸਤੇ ਦੀ। ਮੈਂ ਡਾਇਰੈਕਸ਼ਨ ਗਲਤ ਲੈ ਲਈ, ਕਿਵੇਂ ਪਤਾ ਲੱਗੇਗਾ? ਹਰ ਨਾਮ ਵਿਸਾਰਿਆ, ਉਹ ਹਰੀ ਪਰਮੇਸ਼ਰ ਦਾ ਨਾਮ ਭੁੱਲ ਕੇ ਕੀ ਕਰਦਾ ਹੈ? ਉਹ ਕਰਮ ਗੜਾਏ, ਕਰਮ ਕਾਂਡ ਵਾਲੇ, ਦਿਖਾਵੇ ਵਾਲੇ ਕਰਮ ਕਰੀ ਜਾ ਰਿਹਾ ਹੈ। ਇਹ ਕਰਮ ਕਾਂਡ ਕਿਹੜੇ ਹੁੰਦੇ ਨੇ? ਸਤਿਗੁਰੂ ਜੀ ਨੇ ਬਾਣੀ ਅੰਦਰ ਬਹੁਤ ਸੋਹਣੇ ਢੰਗ ਨਾਲ ਸਾਨੂੰ ਸਮਝਾਉਣਾ ਕੀਤਾ ਹੈ। ਭਵਜਲ ਡੂਬੇ ਦੂਜਾ ਪਾਏ, ਦੂਜੇ ਪਿਆਰ ਦੇ ਵਿੱਚ। ਇਹ ਦੂਜਾ ਪਿਆਰ ਕੁਮਾਰਗ ਦਾ ਰਸਤਾ ਹੈ। ਸਤਿਗੁਰੂ ਅੱਗੇ ਸਮਝਾਉਣਾ ਕਰਦੇ ਨੇ, ਮਾਇਆ ਕਾ ਮੁਹਤਾਜ ਪੰਡਿਤ ਕਹਾਵਾ। ਜਦੋਂ ਇਹ ਗਿਆਨ ਮੈਂ ਵੇਚਦਾ ਹਾਂ, ਇਹ ਗਿਆਨ ਜਦੋਂ ਮੈਂ ਪੈਸੇ ਦੀ ਖਾਤਰ ਲੈਂਦਾ ਹਾਂ, ਦਿੰਦਾ ਹਾਂ, ਤਾਂ ਉਹ ਪੰਡਤ, ਉਹ ਬ੍ਰਾਹਮਣ, ਉਹ ਪ੍ਰਚਾਰਕ ਕਹਿੰਦੇ ਨੇ ਮਾਇਆ ਦਾ ਜਿਹੜਾ ਮੁਹਤਾਜ ਬਣ ਕੇ ਰਹਿ ਜਾਂਦਾ ਹੈ।
ਉਹ ਸੱਚ ਦਾ ਗਿਆਨ ਨਹੀਂ ਦੇ ਸਕਦਾ। ਉਸ ਜੀਵਨ ਦੇ ਅੰਦਰ ਜੋ ਝੂਠ ਹੈ, ਵਿਕਾਰ ਹੈ, ਕਰਮ ਕਾਂਡ ਨੇ, ਉਹ ਉਸ ਦੇ ਜੀਵਨ ਦਾ ਹਿੱਸਾ ਬਣ ਜਾਂਦੇ ਹਨ। ਮਨਮੁਖ ਅਗਿਆਨ ਦੁਰਮਤ ਹੰਕਾਰੀ, ਕਿੰਨੇ ਸੋਹਣੇ ਢੰਗ ਨਾਲ ਸਿੰਪਟਮ ਤੇ ਨਿਸ਼ਾਨੀਆਂ ਦੱਸ ਰਹੇ ਨੇ ਅਗਿਆਨੀ ਮਨੁੱਖ ਦੀਆਂ। ਉਹ ਹੰਕਾਰੀ ਵੀ ਹੁੰਦਾ ਹੈ, ਦੁਰਮਤ ਵਿੱਚ ਵੀ ਪੈ ਜਾਂਦਾ ਹੈ। ਤੇ ਸਤਿਗੁਰੂ ਅਵੇਅਰ ਕਰਦੇ, ਮਨ ਕਰ ਹਲਾ ਵਡ ਭਾਗਿਆ ਤੂੰ ਗਿਆਨ ਰਤਨ ਸੰਭਾਲ। ਹੁਣ ਦੇਖੋ, ਰਤਨ ਹੈ, ਜਿੰਨੀ ਕੀਮਤੀ ਵਸਤ ਹੁੰਦੀ ਹੈ, ਅਸੀਂ ਉਹਨੂੰ ਚੰਗੇ ਢੰਗ ਨਾਲ ਸੰਭਾਲਦੇ ਹਾਂ, ਉਹਦੀ ਟੇਕ ਕੇਅਰ ਕਰਦੇ ਹਾਂ। ਹੁਣ ਜਿਹੜਾ ਗਿਆਨ ਹੈ, ਇਹਨੂੰ ਰਤਨ ਆਖਿਆ ਹੈ, ਇਸ ਕਰਕੇ ਸਤਿਗੁਰੂ ਜੀ ਇਹਨੂੰ ਸੰਭਾਲ ਕਰਨ ਵਾਸਤੇ ਕਹਿ ਰਹੇ ਨੇ, ਅਵੇਅਰ ਕਰ ਰਹੇ ਨੇ ਵੀ ਇਹ ਜਿਹੜਾ ਗਿਆਨ ਤੂੰ ਲੈ ਰਿਹਾ ਹੈ, ਇਹਦੀ ਸੰਭਾਲ ਕਰਨੀ ਹੈ। ਤੇ ਦੁਨਿਆਵੀ ਗਿਆਨ, ਦੁਨਿਆਵੀ ਐਜੂਕੇਸ਼ਨ, ਦੁਨਿਆਵੀ ਸਕੂਲ ਕਾਲਜ ਦੇ ਲੈਸਨ ਅਸੀਂ ਕਿਵੇਂ ਸੰਭਾਲੇ ਨੇ, ਯੂ ਨੋ ਬੈਟਰ ਦੈਨ ਮੀ, ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਤੇ ਇਸ ਗਿਆਨ ਦੀ ਵੀ ਸੰਭਾਲ ਕਰਨੀ ਹੈ। ਅੰਤਰ ਨਿਧਾਨ ਮਨ ਕਰ ਹਲੇ ਬ੍ਰਹਮ ਭਵੇਂ ਬਾਹਰ ਭਾਲ। ਇਹ ਗਿਆਨ ਅੰਦਰ ਹੈ, ਸਿਰਫ ਇਹਨੂੰ ਸਤਿਗੁਰੂ ਦੇ ਸੁਰਤ ਔਰ ਸ਼ਬਦ ਦੇ ਮੇਲ ਨਾਲ ਲੱਭਣਾ ਹੈ। ਅਸੀਂ ਬਾਹਰ ਲੱਭ ਰਹੇ ਹਾਂ ਸੱਚੇ ਗਿਆਨ ਨੂੰ, ਉਹ ਅੰਦਰ ਮੌਜੂਦ ਹੈ। ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲਦੜਾ ਨਾਲ। ਜਦੋਂ ਇਹ ਸੱਚ ਦਾ ਗਿਆਨ, ਉਸ ਪਰਮੇਸ਼ਰ ਦਾ ਗਿਆਨ ਮੈਂ ਆਪਣੇ ਅੰਦਰੋਂ ਲੱਭ ਲਿਆ ਹੈ, ਪ੍ਰਾਪਤ ਕਰ ਲਿਆ ਹੈ, ਗੁਰਪੁਰਖ ਪੂਰਾ ਭੇਟਿਆ, ਉਸ ਗੁਰੂ ਪੁਰਖ ਪਰਮੇਸ਼ਰ ਦੇ ਨਾਲ ਮੇਰੀ ਸਾਂਝ ਬਣ ਗਈ ਹੈ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਬਾਹਰੋਂ ਮੈਂ ਗਿਆਨ ਲੈਂਦਾ ਹਾਂ, ਬਾਹਰੋਂ ਬਾਹਰ ਭਾਵ ਮਾਇਆ ਦੀ ਖਾਤਰ ਗਿਆਨ ਲੈਂਦਾ ਹਾਂ, ਮਾਇਆ ਦੀ ਖਾਤਰ ਮੈਂ ਧਿਆਨ ਇਸ਼ਨਾਨ ਕਰਦਾ ਹਾਂ, ਪਰ ਮੇਰੇ ਅੰਦਰ ਲੋਭ ਹੈ, ਲਾਲਚ ਹੈ। ਤੇ ਸਤਿਗੁਰੂ ਕਹਿੰਦੇ ਨੇ, ਜੇ ਮੈਂ ਮੇਰੇ ਮਨ ਦੇ ਅੰਦਰ ਲੋਭ ਹੈ ਤਾਂ ਸੰਗਤ ਜੀ ਮੈਂ ਅੱਜ ਹੀ ਸਵਾਨ ਹਾਂ, ਕੁੱਤਾ ਹਾਂ। ਮਰਨ ਤੋਂ ਬਾਅਦ ਕਿਸੇ ਨੇ ਸਵਾਨ ਬਣਨਾ ਕਿ ਨਹੀਂ ਬਣਨਾ, ਨੋਬਡੀ ਨੋਜ਼। ਅੰਤਰ ਅਗਨ ਬਾਹਰ ਤਨਸਵਾ, ਅੰਦਰ ਵਿਕਾਰਾਂ ਦੀ ਅਗਨੀ ਹੈ, ਬਾਹਰ ਮਾਇਆ ਦੇ ਜਿਹੜੇ ਸਾਰੇ ਪਸਾਰੇ ਹਨ। ਗਲ ਪਾਥਰ ਕੈਸੇ ਤਰੈ ਅਤਾ, ਤੁਰਕ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਣ। ਤਰੀਕਤ ਕਹਿੰਦੇ ਨੇ ਤਰਕ। ਮੁਸਲਮਾਨੀ ਧਰਮ ਦੇ ਅੰਦਰ ਵੀ ਗਿਆਨ ਲੈਣ ਦਾ ਜਿਹੜਾ ਢੰਗ ਤਰੀਕਾ ਹੈ, ਉਹ ਆਪਣਾ ਵੱਖਰਾ ਹੈ। ਮਨ ਸਮਝਾਵਨ ਕਾਰਨੇ ਕਛੁਕ ਪੜੀਐ ਗਿਆਨ। ਜੇ ਮਨ ਨੂੰ ਸਮਝਾਉਣਾ ਹੈ, ਜਿਵੇਂ ਪਹਿਲਾਂ ਕੁਲਵੰਤ ਸਿੰਘ ਜੀ ਨੇ ਕਿਹਾ ਸੀ, ਕੁੰਭੇ ਬੱਦਾ ਜਲ ਰਿਹਾ ਜਲ ਬਿਨ ਕੁੰਭ ਨਾ ਹੋਏ। ਇਹ ਗਿਆਨ ਬਹੁਤ ਲਾਜ਼ਮੀ ਹੈ ਇਸ ਮਨ ਨੂੰ ਬੰਨਣ ਵਾਸਤੇ, ਮਨ ਨੂੰ ਕੰਟਰੋਲ ਕਰਨ ਵਾਸਤੇ, ਮਨ ਨੂੰ ਇਸ ਸਮੇਂ ਦੇ ਨਾਲ ਬੰਨਣ ਵਾਸਤੇ ਲਾਜ਼ਮੀ ਹੈ ਕਿ ਉਸ ਗਿਆਨ ਨੂੰ ਲਿਆ ਜਾਵੇ, ਤਾਂ ਇਹ ਮਨ ਟਿਕ ਜਾਂਦਾ ਹੈ। ਜਦੋਂ ਮਨ ਅੰਦਰ ਅਗਿਆਨਤਾ ਹੈ, ਹਨੇਰਾ ਹੈ, ਤਾਂ ਉਹ ਮਨ ਬਾਹਰ ਭੱਜ ਜਾਂਦਾ ਹੈ, ਭਟਕਦਾ ਹੈ। ਬੀਜ ਮੰਤਰ ਸਰਬ ਕੋ ਗਿਆਨ, ਇੱਥੇ ਜਿਹੜਾ ਬੀਜ ਮੰਤਰ, ਹੁਣ ਮੰਤਰ ਦੀ ਪਰਿਭਾਸ਼ਾ ਵੀ ਅੱਜ ਅਸੀਂ ਗਲਤ ਲੈ ਰਹੇ ਹਾਂ। ਜਿਹੜੇ ਭਾਈ ਗੁਰਦਾਸ ਦੀ ਵਾਰ ਪੜ੍ਹਦੇ ਹਾਂ, ਇੱਕ ਲਾਈਨ ਪੂਰੀ ਪੜ੍ਹ ਕੇ ਖਤਮ ਕਰ ਦਿੰਦੇ ਹਾਂ, ਤੇ ਉਹਦੀਆਂ ਅਗਲੀਆਂ ਪੰਕਤੀਆਂ ਪੜ੍ਹੋਗੇ ਤਾਂ ਉਹ ਮੰਤਰ ਬੀਜ ਸਮਝ ਆਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਮੰਤਰ ਜਿਹੜਾ ਰਾਰੇ ਪੈਰਾਂ ਵਿੱਚ ਆਇਆ 125 ਵਾਰੀ ਆਇਆ ਹੈ, ਤੇ ਮੰਮਾ ਤਿੱਤੀ ਤੱਤਾ ਮੰਤ ਜਿਹੜਾ ਹੈ ਉਹ ਤਕਰੀਬਨ 28 ਵਾਰੀ ਆਇਆ। ਤੇ ਮੰਤਰ ਤੋਂ ਬਾਅਦ ਗੁਰਬਾਣੀ ਅੰਦਰ ਸਿੱਖਿਆ ਹੈ। ਸਤਿਗੁਰੂ ਅੱਗੇ ਬਖਸ਼ਿਸ਼ ਕਰ ਰਹੇ ਹਨ, ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੇ ਲਾਗੀ ਪਰਮ ਪੁਲਾਣੀ, ਅਗਿਆਨੀ ਅੰਧਾ ਮਗ ਨਾ ਜਾਣ। ਜਦੋਂ ਮੈਂ ਗੁਰੂ ਦਾ, ਸੱਚੇ ਗੁਰੂ ਦਾ ਸੱਚਾ ਗਿਆਨ ਨਹੀਂ ਲਿਆ, ਤਾਂ ਇਹ ਅਵਸਥਾ ਮੇਰੀ ਬਣੇਗੀ। ਨਾ ਮੈਨੂੰ ਪਾਪ ਦਾ ਪਤਾ ਲੱਗਣਾ ਹੈ, ਨਾ ਪੁੰਨ ਦੀ ਸਮਝ ਆਉਣੀ ਹੈ। ਇੱਕ ਨੂੰ ਛੱਡ ਕੇ ਦੂਜੇ ਭਰਮ ਭੁਲੇਖਿਆਂ ਵਿੱਚ ਮੈਂ ਪੈ ਜਾਂਦਾ ਹਾਂ। ਫਿਰ ਆਵਣ ਜਾਵਣ ਆ, ਤਾਂ ਹੁਣ ਕੀ ਹੋਏਗਾ? ਮੇਰਾ ਮਨ ਦਾ ਆਵਣ ਜਾਣ, ਆਵਾਗਮਨ, ਜਨਮ ਮਰਨ ਬਣਿਆ ਰਹੇਗਾ। ਕਦੇ ਮਨ ਅੰਦਰ ਆ ਜਾਂਦਾ ਹੈ, ਕਦੇ ਬਾਹਰ 10 ਦਿਸ਼ਾਵਾਂ ਵਿੱਚ ਭੱਜ ਜਾਂਦਾ ਹੈ। ਤੇ ਫਿਰ ਅਵੇਅਰ ਕਰਦੇ ਨੇ, ਐਸਾ ਗਿਆਨ ਸੁਨੋ ਅਬ ਮੋਰੇ। ਹੁਣ ਦੇਖੋ ਕਿਹਨੂੰ ਕਹਿ ਰਹੇ ਨੇ, ਸੁਣੋ ਰੇ, ਵੀ ਮੇਰਾ ਗਿਆਨ, ਮੇਰਾ ਧਿਆਨ, ਮੇਰੀ ਗੱਲ ਧਿਆਨ ਨਾਲ ਸੁਣੋ। ਤੇ ਮੈਂ ਇਹ ਬੇਨਤੀ ਕਰਦਾ ਹੁੰਦਾ ਹਰ ਵਾਰੀ, ਸੰਗਤ ਜੀ ਜਦੋਂ ਬਾਣੀ ਪੜ੍ਹੀਏ, ਜਦੋਂ ਬਾਣੀ ਸੁਣੀਏ,
ਤੇ ਇਹ ਸਮਝਿਆ ਕਰੋ ਇਹ ਸ਼ਬਦ ਇਹ ਬਾਣੀ ਮੇਰੇ ਵਾਸਤੇ ਹੈ, ਮੇਰੇ ਮਨ ਵਾਸਤੇ ਹੈ, ਤਾਂ ਸਮਝ ਆਵੇਗੀ। ਹੁਣ ਮੈਂ ਜਦੋਂ ਇਹ ਸ਼ਬਦ ਪੜ੍ਹਦਾ ਹਾਂ, ਪ੍ਰੋਫੈਸਰ ਹਾਂਜੀ ਸਾਹਿਬ ਮੈਂ ਮਾਫੀ ਮੰਗਦਾ ਵਾਂ ਕਿ ਮੈਨੂੰ ਥੋੜਾ ਜਿਹਾ ਟਾਈਮ ਦਿਓਗੇ 10 ਮਿੰਟ ਚ। ਮੈਂ ਇਹਨੂੰ ਸਮ ਅਪ ਕਰਦਾ ਹਾਂ, ਫਿਰ ਆਪ ਜੀ ਨੂੰ ਮੈਂ ਇਸ ਤੋਂ ਬਾਅਦ ਲੈ ਠੀਕ ਹੈ, ਲੈਣਾ। ਹਾਂ ਮਿਹਰਬਾਨੀ ਜੀ, ਮਿਹਰਬਾਨੀ। Thank you. ਹਾਂ ਅਸੀਂ ਹੁਣ ਤੱਕ ਇਹ ਸਮਝਿਆ ਹੈ ਕਿ ਸੱਚ ਦਾ ਗਿਆਨ ਲੈਣਾ ਬਹੁਤ ਜ਼ਰੂਰੀ ਹੈ। ਇਸ ਗਿਆਨ ਨੇ ਮੈਨੂੰ ਸਤਿਗੁਰੂ ਦੀ ਸਮਝ ਲੈਸਨ ਟੀਚਿੰਗ ਨੇ ਮੈਨੂੰ ਸੱਚੇ ਪਰਮੇਸ਼ਰ ਨਾਲ ਮਿਲਾਣਾ ਹੈ, ਉਹ ਨਾਲ ਸਾਂਝ ਕਰਨੀ ਹੈ। ਤੇ ਇਸ ਗਿਆਨ ਨੂੰ ਰਤਨ ਵੀ ਆਖਿਆ ਹੈ, ਪਦਾਰਥ ਵੀ ਆਖਿਆ ਹੈ, ਤੇ ਇਸ ਤੇ ਅੰਮ੍ਰਿਤ ਗਿਆਨ ਵੀ ਕਹਿ ਰਹੇ। ਐਸਾ ਗਿਆਨ ਸੁਨੋ ਅਬ ਮੋਰੇ, ਭਰਪੁਰ ਧਾਰ ਰਿਹਾ ਸਭ ਠੌਰੇ। ਹੁਣ ਇਹ ਗਿਆਨ ਕਿਹੜਾ ਹੈ? ਕੋਈ ਗੁਰੂ ਕੇ ਪਿਆਰਿਓ, ਉਹ ਪਰਮੇਸ਼ਰ ਜਿਹੜਾ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਸੋਝੀ ਦੇਣੀ ਹੈ, ਉਹ ਭਰਪੂਰ ਹੈ, ਭਰਿਆ ਪਿਆ ਹੈ, ਜਿਹਨੂੰ ਅਸੀਂ ਪੰਜਾਬੀ ਕਹਿੰਦੇ ਆ ਨੱਕੋ ਨੱਕ ਭਰਿਆ ਹੋਇਆ ਭਾਵ ਹਰ ਥਾਂ ਤੇ ਹੈ, ਹਰ ਵੇਲੇ ਹੈ, ਸਭ ਜਗ੍ਹਾ ਤੇ ਹੈ, ਹਰ ਥਾਂ ਤੇ ਹੈ। ਸਾਚਾ ਹਰਕ ਨਹੀਂ ਤੇ ਸੋ, ਉਹਨੂੰ ਕੋਈ ਖੁਸ਼ੀ ਗਮੀ ਨਹੀਂ, ਉਹਨੂੰ ਕੋਈ ਜਨਮ ਮਰਨ ਨਹੀਂ। ਅੰਮ੍ਰਿਤ ਗਿਆਨ ਮਹਾਰਸ ਭੋਗ। ਤੇ ਜਿਹੜਾ ਮਨ, ਜਿਹੜਾ ਜੀਵ ਇਸ ਅੰਮ੍ਰਿਤ ਗਿਆਨ ਨੂੰ ਲੈਂਦਾ ਹੈ, ਭੋਗਦਾ ਹੈ, ਉਹ ਮਹਾਰਸ ਮਹਾ ਆਨੰਦ ਦੇ ਵਿੱਚ ਜਿਉਂਦਾ ਹੈ, ਇਸ ਹਰਕ ਸੋਗ ਤੋਂ ਉੱਪਰ ਉੱਠ ਜਾਂਦਾ ਹੈ। ਪੰਜ ਸਮਾਈ ਸੁਖੀ ਸਭ ਲੋਕ। ਆਓ ਸਭ ਲੋਕ ਵੀ ਮੇਰੇ ਸਾਰੇ ਗਿਆਨ ਇੰਦਰੇ, ਕਰਮ ਇੰਦਰੇ ਜਿਹੜੇ ਹਨ, ਉਹ ਇਸ ਮਹਾ ਆਨੰਦ ਵਿੱਚ, ਮਹਾਰਸ ਦੇ ਵਿੱਚ ਭੋਗ ਰਹੇ ਨੇ, ਆਨੰਦ ਮਾਣ ਰਹੇ ਨੇ। ਕਿਵੇਂ? ਅੰਮ੍ਰਿਤ ਗਿਆਨ ਦੇ ਰਾਹੀਂ। ਤੇ ਉਹ ਗਿਆਨ ਅੰਮ੍ਰਿਤ ਸਤਿਗੁਰੂ ਦੀ ਬਾਣੀ ਰਾਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਮਿਲਦਾ ਹੈ। ਇਸ ਲੜੀ ਨੂੰ ਅਗਲੇ ਹਫ਼ਤੇ ਕੰਟੀਨਿਊਸ ਵਿਚਾਰ ਕਰਦੇ ਹੋਏ ਗਿਆਨ ਅਤੇ ਅਗਲਾ ਜਿਹੜਾ ਸ਼ਰਮ ਖੰਡ ਹੈ, ਦੋਨਾਂ ਦਾ ਸੁਮੇਲ ਜੋ ਹੈ, ਉਹਨੂੰ ਆਪ ਜੀ ਦੇ ਸਾਹਮਣੇ ਰੱਖਾਂਗੇ। ਹੁਣ ਸਰਦਾਰ ਕਰਨਲ ਸਾਹਿਬ ਜੋ ਹਨ ਮਨਮੋਹਨ ਸਿੰਘ ਜੀ, ਉਹ 10 ਮਿੰਟ ਵਾਸਤੇ ਆਪ ਜੀ ਨਾਲ ਇਸ ਬਾਰੇ ਵਿਚਾਰ ਸਾਂਝੇ ਕਰਨਗੇ। ਉਸ ਤੋਂ ਬਾਅਦ ਜਿੰਨਾ ਸਮਾਂ ਸਵਾਲ ਜਵਾਬ ਦਾ ਹੋਏਗਾ, ਉਹ ਆਪ ਜੀ ਨਾਲ ਸਾਂਝਾ ਕੀਤਾ ਜਾਏਗਾ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨਲ ਮਨਮੋਹਨ ਸਿੰਘ ਜੀ, ਅਨਮਿਊਟ ਕਰ ਲਓ ਵੀਰ ਜੀ। ਹਾਂਜੀ, ਮੈਂ ਸਾਰਿਆਂ ਨੂੰ ਮੇਰੇ ਵੱਲੋਂ ਸਤਿਕਾਰ ਔਰ ਮੈਂ ਵਿੱਚੋਂ ਬੋਲੇ ਕਿਉਂਕਿ ਪ੍ਰੋਫੈਸਰ ਸਾਹਿਬ ਨੇ ਮੈਨੂੰ ਇਨਵਾਈਟ ਕੀਤਾ ਸੀ ਕਿ ਅੱਜ ਵੀ ਜ਼ਰੂਰੀ ਤੁਸੀਂ ਅਟੈਂਡ ਕਰਨਾ। ਤੇ ਮੇਰਾ ਇਹ ਮੈਂ ਇਸ ਲਈ ਟਾਈਮ ਮੰਗ ਰਿਹਾ ਸਾਂ ਕਿ ਇਸ ਪੌੜੀ ਦਾ ਮੇਰੇ ਨਿੱਜੀ ਵਿਚਾਰ ਅਨੁਸਾਰ ਜਿੰਨੇ ਵੀ ਪ੍ਰਚਲਿਤ ਟੀਕਿਆਂ ਦਾ ਮੀਨਿੰਗ ਦੱਸਿਆ ਗਿਆ ਹੈ, ਜਾਂ ਜੋ ਅੱਜ ਵੀ, ਮਾਫੀ ਚਾਹਨਾ ਕਿ ਮੈਂ ਸਿਰਫ ਡਾਕਟਰ ਦਲਬੀਰ ਸਿੰਘ ਜੀ ਔਰ ਪ੍ਰੋਫੈਸਰ ਗੁਰਚਰਨ ਸਿੰਘ ਜੀ ਦਾ ਸੁਣਿਆ ਸੀ, ਕੁਲਵੰਤ ਸਿੰਘ ਜੀ ਦਾ ਸੁਣਿਆ ਨਹੀਂ ਸੀ, ਮੈਂ ਲੇਟ ਜੁਆਇਨ ਹੋ ਚੁੱਕਿਆ ਸਾਂ। ਉਹਨਾਂ ਤੋਂ 180 ਡਿਗਰੀ ਆਪੋਜ਼ਿਟ ਹੈ। ਮੈਂ ਮਾਫੀ ਮੰਗਣਾ ਇਸ ਲਈ। ਤੁਸੀਂ ਮੈਨੂੰ ਸਿਰਫ ਸੁਣਨ ਦੀ ਕਿਰਪਾਲਤਾ ਕਰਨਾ। ਮੈਂ ਇੱਕ ਇੱਕ ਤੁਕ ਦੇ ਨਾਲ ਤੁਹਾਨੂੰ 10 ਮਿੰਟਾਂ ਤੋਂ ਵੀ ਛੇਤੀ ਖਤਮ ਕਰ ਦਿਆਂਗਾ। ਉਹਦੇ ਬਾਅਦ ਤੁਸੀਂ ਆਪ ਹੀ ਸੋਚਣਾ ਕਿ ਇਹ ਕੀ ਚੀਜ਼ ਹੈ। ਹੁਣ ਪਹਿਲੀ ਤੁਕ ਹੈਗੀ ਆ ਧਰਮਖੰਡ ਕਾ ਇਹੋ ਧਰਮ। ਇੱਥੇ ਧਰਮ ਦਾ ਮਤਲਬ, ਧਰਮਖੰਡ ਦਾ ਮਤਲਬ ਪਹਿਲੀਆਂ ਜਿਹੜੀਆਂ ਪੰਕਤੀਆਂ ਹੈਗੀਆਂ ਨੇ ਉਹ ਧਰਮਖੰਡ ਦੇ ਬਾਰੇ ਸਨ। ਔਰ ਧਰਮ ਦਾ ਮਤਲਬ ਹੈਗਾ ਵੇ ਡਿਊਟੀ ਜਾਂ ਰਿਸਪੌਂਸਿਬਿਲਿਟੀ, ਜਾਂ ਧਰਮਖੰਡ ਜਿੱਥੇ ਕਿ ਸਾਰੀ ਕਾਇਨਾਤ ਦੇ ਵਿੱਚ ਜੀਵ ਜੰਤੂ ਆਪਣਾ ਕੰਮ ਕਰ ਰਹੇ ਨੇ, ਉਹ ਆਪਣਾ ਆਪਣਾ ਧਰਮ ਨਿਭਾ ਰਹੇ ਨੇ, ਆਪਣੀਆਂ ਆਪਣੀਆਂ ਰਿਸਪੌਂਸਿਬਿਲਿਟੀਜ਼ ਨਿਭਾ ਰਹੀਆਂ, ਜਿਹੜੀਆਂ ਕਿ ਉਹਨਾਂ ਨੂੰ ਕੁਦਰਤ ਵੱਲੋਂ ਪ੍ਰੋਗਰਾਮ ਕੀਤੀਆਂ ਗਈਆਂ। ਕਿਸੇ ਨੂੰ ਘਾਹ ਖਾਣਾ ਹੈ, ਕਿਸੇ ਨੇ ਜੀਵ ਖਾਣੇ ਨੇ, ਕਿਸੇ ਨੇ ਪੋਲੀਨੇਸ਼ਨ ਕਰਨੀ ਹੈ। ਇਹ ਸਾਰਿਆਂ ਨੂੰ ਕੋਈ ਨਾ ਕੋਈ ਡਿਊਟੀ ਦਿੱਤੀ ਗਈ ਹੈ ਔਰ ਉਹ ਸਾਰੇ ਆਪੋ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ। ਉਸੇ ਹਿਸਾਬ ਨਾਲ ਉਹਨਾਂ ਦਾ ਪੂਰਾ ਜਿਹੜਾ ਹੋ ਰਿਹਾ ਵੀ ਦੇਖਿਆ ਜਾ ਰਿਹਾ ਹੈ ਔਰ ਉਹਨਾਂ ਨੂੰ ਉਸਦਾ ਹੱਲ ਮਿਲਦਾ ਜਾ ਰਿਹਾ। ਇੱਥੇ ਕਹਿੰਦੇ ਨੇ ਗਿਆਨ ਖੰਡ ਕਾ ਆਖੋ ਕਰਮ। ਇੱਥੇ ਆਖੋ ਵਰਡ ਜਿਹੜਾ ਥੋੜਾ ਜਿਹਾ ਖਰਵਾ ਲੱਗਦਾ ਮੈਨੂੰ। ਇਹ ਉਹਨਾਂ ਮਤਲਬ ਸਿੰਪਲ ਨਹੀਂ ਹੈ, ਇਹ ਥੋੜਾ ਜਿਹਾ ਇੱਕ ਕਿਸਮ ਦਾ ਕੌਸ਼ੀਅਸ ਕੀਤਾ ਗਿਆ ਕਿ ਗਿਆਨ ਖੰਡ ਦਾ ਹੁਣ ਮੈਂ ਤੁਹਾਨੂੰ ਦੱਸਣਾ। ਔਰ ਇਹਦੇ ਵਿੱਚ ਗਿਆਨ ਖੰਡ ਹੁਣ ਮਜ਼ਹਬਾਂ ਦੇ ਗਿਆਨੀਆਂ ਔਰ ਪੁਜਾਰੀਆਂ ਦੇ ਸਮਾਜ ਦੇ ਬਾਰੇ ਗੱਲ ਕਰ ਰਹੇ ਨੇ। ਇਹ ਗਿਆਨੀ ਜਿਹੜੇ ਨੇ, ਇਹ ਜ਼ਿਆਦਾ ਗਿਆਨੀ ਸਾਡੇ ਮਜ਼ਹਬਾਂ ਦੇ ਜਿਹੜੇ ਪੁਜਾਰੀ ਨੇ, ਠੇਕੇਦਾਰ ਨੇ, ਉਹਨਾਂ ਦੇ ਗਿਆਨ ਜਿੱਥੇ ਕਿ ਵਿਦਵਤਾ ਸਾਰੀ ਚੱਲਦੀ ਹੈ, ਉੱਥੇ ਉਹਨਾਂ ਦੇ ਬਾਰੇ ਗੱਲ। ਉਹ ਕਹਿੰਦੇ ਨੇ ਕਿ ਔਰ ਗਿਆਨ ਖੰਡ ਦਾ ਆਖੋ ਕਰਮ। ਗਿਆਨੀਆਂ ਨੇ ਜਿਹੜੇ ਕਰਮਕਾਂਡ ਸ਼ੁਰੂ ਕੀਤੇ ਹੋਏ ਨੇ, ਉਹਨਾਂ ਦੇ ਬਾਰੇ ਮੈਂ ਅੱਗੇ ਤੁਹਾਨੂੰ ਦੱਸਿਆ, ਜਿਹਦੇ ਜਿਹੜੇ ਕਰਮਕਾਂਡ ਇਹ ਕਰਦੇ ਨੇ, ਮਤਲਬ ਪੂਜਾ ਕਰਦੇ ਨੇ, ਮੂਰਤੀਆਂ ਬਣਾਉਂਦੇ ਨੇ, ਉਹਨਾਂ ਦੇ ਫਿਰ
ਸਾਰਾ ਦੇਵੀ ਦੇਵਤੇ ਮੰਨਦੇ ਨੇ ਉਸ ਦੇ ਬਾਅਦ। ਉਹ ਕਹਿੰਦੇ ਤੀਜੀ ਤੁਕ ਹੈਗੀ ਹੈ, ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼। ਉਹ ਕਹਿੰਦੇ ਨੇ ਕਿ ਕਿੰਨੇ ਹੀ ਜ਼ਿਆਦਾ ਇਹਨਾਂ ਨੇ ਇੱਕ ਓੰਕਾਰ ਦੀ ਥਾਂ ਤੇ ਦੇਵਤੇ ਬਣਾਏ ਹੋਏ ਨੇ। ਪਵਨ ਦਾ ਦੇਵਤਾ, ਇੰਦਰ ਦੇਵਤਾ, ਸੂਰਜ ਦੇਵਤਾ, ਕ੍ਰਿਸ਼ਨ ਹੈ, ਸ਼ਿਵਾ ਹੈ, ਕਿੰਨੇ ਹੈ। ਫਿਰ ਚੌਥੀ ਤੁਕ ਦੇ ਵਿੱਚ ਬੜਾ ਵੱਡਾ ਇੱਕ ਉਹ ਸਾਨੂੰ ਦੱਸਦੇ ਨੇ, ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ। ਬਰਮਾ ਇੱਕ ਕ੍ਰੀਏਟਰ ਗॉड ਹੈ ਸਾਰਿਆਂ ਦਾ, ਹਰ ਇੱਕ ਰਿਲੀਜਨ ਦੇ ਵਿੱਚ ਹੈਗਾ ਵੇ। ਔਰ ਕਿੰਨੇ ਹੀ ਬਰਮੇ, ਸਾਰੇ ਨੇ ਆਪੋ ਆਪਣੇ ਬਰਮੇ ਘੜੇ ਹੋਏ ਨੇ। ਇੱਕ ਓੰਕਾਰ ਨੂੰ ਤੇ ਕੋਈ ਸਮਝਦਾ ਹੀ ਨਹੀਂ ਹੈ। ਇੱਕ ਕਿਸਮ ਦਾ ਉਹਨੇ ਮਾਈਂਡ ਦੇ ਵਿੱਚ ਦੱਸ ਰਹੇ ਨੇ ਕਿੰਨੇ ਹੀ ਉਹਨਾਂ ਦੇ ਕੱਪੜੇ ਹੈ, ਕਿੰਨੇ ਟਾਈਪ ਦੇ ਉਹਨਾਂ ਦੇ ਪੁਸ਼ਾਕਾਂ ਨੇ, ਰੰਗ ਨੇ, ਕੋਈ ਉੱਚਾ ਹੈ, ਕੋਈ ਲੰਬਾ, ਵੱਡਾ, ਸਾਰਾ ਕੁਝ ਹੈ। ਪੰਜਵੀਂ ਲਾਈਨ ਹੈ, ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼। ਕਿੰਨੀਆਂ ਹੀ ਕਰਮਕਾਂਡ ਕਰਨ ਵਾਲੀਆਂ ਜਗ੍ਹਾ ਹੈਗੀਆਂ ਨੇ ਸਾਰੀ ਦੁਨੀਆ ਦੇ ਵਿੱਚ। ਅਸੀਂ ਦੇਖਦੇ ਹਾਂ ਕਿ ਹਰ ਇੱਕ ਰਿਲੀਜਨ ਦੇ ਕਰਮਕਾਂਡਾਂ ਕਰਨ ਦੀਆਂ ਹਰ ਇੱਕ ਜਗ੍ਹਾ ਦੇ ਮੇਰ ਕੇਤੇ, ਕਿੰਨੇ ਹੀ ਉਹ ਪਹਾੜਾਂ ਵਰਗੀਆਂ ਨੇ। ਮਤਲਬ ਉਹ ਇੰਨੀਆਂ ਸਖਤ ਨੇ, ਹਦਾਇਤਾਂ ਨੇ ਉਹ ਪੱਕੀਆਂ। ਔਰ ਤੂੰ ਉਪਦੇਸ਼, ਔਰ ਇਹ ਹਦਾਇਤਾਂ ਜਾਂ ਉਹਨਾਂ ਦੇ ਜਿਹੜੇ ਵੀ ਕੀ ਕਹਿੰਦੇ ਨੇ ਉਪਦੇਸ਼ ਹੈਗੇ ਨੇ, ਉਹਨਾਂ ਨੂੰ ਉਹ ਕਹਿੰਦੇ ਨੇ ਇਹੀ ਮੰਨਣਾ, ਹੋਰ ਕੁਝ ਨਹੀਂ ਕਰਨਾ। ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ਼। ਕਿੰਨੇ ਹੀ ਦੇਵਤੇ ਬਣਾਏ ਨੇ, ਇੰਦਰ ਦਾ, ਚੰਦ ਦਾ, ਸੂਰਜ ਦਾ, ਗ੍ਰਹਿ ਜਿਹੜੇ ਨੇ ਉਹਨਾਂ ਦੇ ਵੀ, ਸਾਰਿਆਂ ਦੇ, ਹਰ ਇੱਕ ਦੇਸ਼ਾਂ ਦੇ ਵਿੱਚ ਇਹਨਾਂ ਸਾਰਿਆਂ ਦੇ ਦੇਵਤੇ ਬਣਾਏ ਹੋਏ। ਸਾਰੀਆਂ ਚੀਜ਼ਾਂ ਗੁਰਬਾਣੀ ਵਿੱਚ ਆਮ ਤੌਰ ਦੇ ਉੱਤੇ ਖੰਡਨ ਕੀਤੀਆਂ ਗਈਆਂ ਨੇ ਕਿ ਇਹਨੇ ਕੋਈ ਨਹੀਂ ਹੈਗੇ, ਇਹ ਇੱਕੋ ਹੀ ਹੈਗਾ, ਇੱਕ ਓੰਕਾਰ ਹੀ ਹੈਗਾ, ਉਹੀ ਹੈ। ਕੇਤੇ ਦੇਵ ਦਾਨਵ ਮੁਨ ਕੇਤੇ ਰਤਨ ਸਮੁੰਦ। ਕਿੰਨੇ ਹੀ ਉਹਨਾਂ ਨੇ ਬਣਾਏ ਹੋਏ ਨੇ ਦੇਵਤੇ, ਫਿਰ ਦਾਨਵ, ਮਤਲਬ ਕਈ ਰਾਖਸ਼ ਵੀ ਬਣਾਏ ਹੋਏ ਨੇ, ਮੁਨੀ ਕਿੰਨੇ ਬਣਾਏ ਨੇ, ਚੁੱਪ ਕਰਕੇ ਬੈਠੇ ਹੋਏ। ਕੇਤੇ ਰਤਨ ਸਮੁੰਦ, ਇਹਨਾਂ ਦਾ ਇੰਨਾ ਕੁਝ ਲਿਖਿਆ ਹੋਇਆ, ਸਮੁੰਦਰ ਭਰੇ ਹੋਇਆ ਇਹਨਾਂ ਦੇ ਸਾਰਿਆਂ ਦੇ ਬਾਰੇ। ਇਹ ਦੱਸੇ ਜਾ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ। ਹੁਣ ਨਾਨਕ ਸਾਹਿਬ ਕਹਿੰਦੇ ਨੇ ਕਿ ਕਿੰਨਿਆਂ ਦੇ ਹੀ ਖਾਣ ਪੀਣ ਦੇ ਤਰੀਕੇ ਸਾਰਿਆਂ ਦੇ ਕਿੰਨੇ ਅਲੱਗ-ਅਲੱਗ ਹੈਗੇ। ਕੇਤੀਆ ਬਾਣੀ, ਸਾਰਿਆਂ ਦੇ ਜਿਹੜੇ ਉਚਾਰਨ ਕੀਤੇ ਹੋਏ ਸਕ੍ਰਿਪਚਰ ਦੇ ਵਿੱਚ, ਆਪਣੇ ਆਪਣੇ ਗ੍ਰੰਥਾਂ ਵਿੱਚ ਕਿੰਨੇ ਹੀ ਟਾਈਪ ਦੇ ਹੈਗੇ ਨੇ, ਸਾਰੇ ਹੀ ਅਲੱਗ-ਅਲੱਗ ਨੇ। ਕੇਤੇ ਪਾਤ ਨਰਿੰਦ। ਔਰ ਬੇਸਿਕਲੀ ਇਹ ਜਿੰਨੇ ਵੀ ਦੇਵਤੇ ਨੇ ਸਾਡੇ, ਇਹ ਪਾਤਸ਼ਾਹ ਹੁੰਦੇ ਸਨ ਬੜੇ ਬੜੇ ਵੱਡੇ। ਔਰ ਉਹਨਾਂ ਪਾਤਸ਼ਾਹ ਨੂੰ ਹੀ ਉਹਨਾਂ ਨੇ ਰੱਬ ਬਣਾਇਆ ਹੋਇਆ। ਇੰਦਰ ਦੇਵਤਾ ਆਪਣੀ ਜਗ੍ਹਾ ਦੇ ਉੱਤੇ ਰਾਜਾ ਇੱਕ ਹੈ, ਰਾਮ ਵੀ ਇੱਕ ਜਗ੍ਹਾ ਤੇ ਰਾਜਾ ਹੈ, ਕਿਸ਼ਨ ਵੀ, ਜਿੰਨੇ ਵੀ ਇਹ ਸਾਰੇ ਇਹ ਰਾਜੇ ਸਨ ਬੜੇ ਵੱਡੇ ਵੱਡੇ, ਉਹਨਾਂ ਦੇ ਬਾਰੇ ਇਹ ਸਾਰਾ ਕੁਝ। ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਉਹ ਕਹਿੰਦੇ ਨੇ ਕਿ ਕਰੋੜਾਂ ਹੀ ਇਹਨਾਂ ਦੇ ਸ਼ਰਧਾਲੂ ਨੇ, ਅੰਧ ਵਿਸ਼ਵਾਸੀ ਸ਼ਰਧਾਲੂ ਨੇ। ਉਹਨਾਂ ਦਾ ਨਾਨਕ ਸਾਹਿਬ ਕਹਿੰਦੇ ਮੈਂ ਦੱਸ ਹੀ ਨਹੀਂ ਸਕਦਾ ਕਿ ਕਿੰਨੇ ਹੈ, ਸਾਰੇ ਇਹਨਾਂ ਦੇ ਪਿੱਛੇ ਲੱਗੇ ਹੋਏ ਆ। ਹੁਣ ਅਗਲੀ ਪੌੜੀ ਵਿੱਚ ਜਾ ਰਹੇ ਨੇ, ਉਹ ਇਹਨਾਂ ਦੀਆਂ ਦੋ ਤੁਕਾਂ ਇਸੇ ਖੰਡ ਦੀਆਂ, ਉਹ ਇਸ ਲਈ ਜਾ ਰਹੇ ਨੇ ਤਾਂ ਕਿ ਕਿਧਰੇ ਗਿਆਨ ਖੰਡ ਨੂੰ ਪੰਜਾਂ ਖੰਡਾਂ ਦੇ ਵਿੱਚ ਸਭ ਤੋਂ ਉੱਪਰ ਨਾ ਲਿਆਇਆ ਜਾਏ। ਤਾਂ ਹੀ ਉਹਨਾਂ ਨੇ ਅਗਲੀ ਪੌੜੀ ਦੇ ਵਿੱਚ ਦੋ ਤੁਕਾਂ ਦਿੱਤੀਆਂ ਨੇ ਤਾਂ ਕਿ ਇਹਦਾ ਸੀਕੁਐਂਸ ਛੇੜਿਆ ਨਾ ਜਾ ਸਕੇ। ਨਾਨਕ ਸਾਹਿਬ ਨੇ ਇੱਥੇ ਬੜਾ ਇੱਕ ਅੱਛਾ ਤਰੀਕੇ ਨਾਲ ਕਿਹਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਇਹ 36ਵੀਂ ਪੌੜੀ ਦੀ ਪਹਿਲੀ ਤੁਕ ਹੈ। ਉਹ ਕਹਿੰਦੇ ਨੇ ਗਿਆਨੀਆਂ ਦਾ ਜਿਹੜਾ ਖੰਡ ਹੈ ਨਾ, ਇਹਦੇ ਵਿੱਚ ਗਿਆਨ ਜਿਹੜਾ ਉਹ ਪ੍ਰਚੰਡ ਹੈ। ਪ੍ਰਚੰਡ ਇੱਕ ਵਰਡ ਉਹ ਹੈ ਜਿਹੜਾ ਕਿ ਬੜਾ ਭਿਆਨਕ ਹੁੰਦਾ, ਜਿਹੜਾ ਕਿ ਇੱਕ ਬੜਾ ਅੱਗ ਪ੍ਰਚੰਡ ਹੋ ਗਈ ਜਾਂ ਕੋਈ ਵੀ ਚੀਜ਼ ਪ੍ਰਚੰਡ ਹੋ ਗਈ, ਆਊਟ ਆਫ ਕੰਟਰੋਲ ਚੱਲ ਜਾਂਦੀ। ਇੱਥੇ ਬਹੁਤ ਆਊਟ ਆਫ ਕੰਟਰੋਲ ਹੈ ਸਾਰੇ ਦਾ ਸਾਰਾ ਗਿਆਨ। ਔਰ ਦੂਸਰੀ ਤੁਕ ਜਿਹੜੀ ਹੈ ਇਸ ਪੌੜੀ ਦੀ, ਇਸ ਸਬਜੈਕਟ ਦੀ, ਉਹ ਹੈ ਜਿੱਥੇ ਨਾਦ ਵਿਨੋਦ ਕੋਡ ਆਨੰਦ। ਇਹਨੂੰ ਸਾਰਿਆਂ ਨੇ ਹੀ ਇੰਨਾ ਮਤਲਬ ਵਰਬਲ ਜਿਹਾ ਲੈ ਕੇ ਔਰ ਉਸ ਨੂੰ ਬਿਲਕੁਲ ਜਿਸ ਤਰ੍ਹਾਂ ਕਹਿੰਦੇ ਨੇ ਕਿ ਆਪਣਾ ਇੱਕ ਤੁਕ ਬੋਲ ਦਿੱਤੀ ਔਰ ਗੱਲ ਖਤਮ ਕਰ ਦਿੱਤੀ, ਔਰ ਬਾਕੀ ਦੀਆਂ ਤੁਕਾਂ ਪੂਰੇ ਗੁਰੂ ਗ੍ਰੰਥ ਸਾਹਿਬ ਚੋਂ ਲੈ ਕੇ ਉਸ ਦੇ ਉੱਤੇ ਉਸ ਨੂੰ ਪੂਰੀ ਤਰ੍ਹਾਂ ਸਮਝਾਉਂਦੇ ਗਏ ਤਾਂ ਕਿ ਭਾਰ ਪਾ ਲੈਣ। ਇੱਥੇ ਤਿੰਨ ਲਫ਼ਜ਼ ਨੇ। ਮੈਂ ਜਦੋਂ ਇੱਕ ਸੰਸਕ੍ਰਿਤ ਦੇ ਸ਼ਾਸਤਰੀ ਦੇ ਕੋਲ ਗਿਆ ਥਾ, ਇੱਥੇ ਚੰਡੀਗੜ੍ਹ ਮੈਂ ਰਹਿੰਦਾ, ਪੰਜਾਬ ਯੂਨੀਵਰਸਿਟੀ ਵਿੱਚ। ਉਹਨੂੰ ਮੈਂ ਪੁੱਛਿਆ ਸੀ ਕਿ ਪੰਡਿਤ ਜੀ ਮੈਨੂੰ ਇਹ ਦੱਸੋ, ਪ੍ਰੋਫੈਸਰ ਸਾਹਿਬ ਇਹ ਦੱਸੋ ਮੈਨੂੰ, ਕਿਉਂਕਿ ਉਹ ਹੀ ਵਾਜ਼ ਅ ਡਾਕਟਰੇਟ ਇਨ ਹਿੰਦੀ, ਸੰਸਕ੍ਰਿਤ ਐਂਡ ਹਿੰਦੀ, ਔਰ ਟੀਚਿੰਗ ਐਜ਼ ਅ ਪ੍ਰੋਫੈਸਰ, ਕਿ ਨਾਦ ਵਿਨੋਦ ਕੋਡ ਆਨੰਦ ਕੀ ਹੈ। ਮੈਨੂੰ ਪਰਮਾਨੰਦ ਦਾ ਤੇ ਪਤਾ। ਕਹਿੰਦੇ ਲੋ ਕਰਨਲ ਸਾਹਿਬ ਤੁਹਾਨੂੰ ਇਹ ਨਹੀਂ ਪਤਾ। ਨਾਦਾਨੰਦ, ਵਿਨੋਦਾਨੰਦ ਔਰ ਕੋਡਾਨੰਦ, ਇਹ ਤਿੰਨ ਟਾਈਪ ਦੇ ਆਨੰਦ ਹੈਗੇ, ਔਰ ਇਹ ਤਿੰਨੋਂ ਟਾਈਪ ਦੇ ਆਨੰਦ ਬੜੇ ਪਰਮਾਤਮਕ ਆਨੰਦ ਹੈ। ਨਾਦਾਨੰਦ ਉਹ ਆਨੰਦ ਹੈ ਜਿਸ ਦੇ ਵਿੱਚ ਕਿ ਜਦੋਂ ਸ਼ਿਕਾਰੀਆਂ ਨੇ ਇੱਕ ਹਿਰਨ ਨੂੰ ਫੜਨਾ ਹੁੰਦਾ ਤੇ ਉਹ ਘੁੰਡੂ ਖੇੜਾ ਵਜਾਉਂਦੇ ਨੇ ਜੰਗਲ ਦੇ ਵਿੱਚ ਲਾਈਨ ਬਣਾ ਕੇ, ਤੇ ਉਹ ਜਿਹੜਾ ਹਿਰਨ ਹੈ ਉਹ ਘੁੰਡੂ ਖੇੜਾ ਦੀ ਡਰਮ ਦੀ ਆਵਾਜ਼ ਸੁਣ ਕੇ ਤੇ ਆਪਣੇ ਪੈਰਾਂ ਨੂੰ, ਖੁਰਾਂ ਨੂੰ ਜ਼ਮੀਨ ਤੇ ਮਾਰਨਾ ਸ਼ੁਰੂ ਕਰ ਦਿੰਦਾ, ਮਸਤ ਹੋ ਜਾਂਦਾ। ਬੜਾ ਉਹਨੂੰ ਆਨੰਦ ਆ ਰਿਹਾ ਹੁੰਦਾ ਹਿਰਨ, ਔਰ ਇੰਨਾ ਮਸਤ ਹੋ ਜਾਂਦਾ ਕਿ ਇਹ ਉਹਨੂੰ ਨੇੜੇ ਆ ਕੇ ਉਹਨੂੰ ਤੀਰ ਮਾਰ ਲੈਂਦੇ ਨੇ ਜਾਂ ਨੇਜ਼ਾ ਮਾਰ ਲੈਂਦੇ, ਉਹਨੂੰ ਖਤਮ ਕਰ। ਉਹ ਕਹਿੰਦਾ ਇਹ ਤੇ ਹੈਗਾ ਨਾਦਾ, ਇਹ ਕੰਨ ਦਾ ਰਸ ਹੈ, ਕੰਨ ਦਾ ਰਸ। ਫਿਰ ਵਿਨੋਦਾਨੰਦ,
ਵਿਨੋਦਾਨੰਦ ਉਹ ਹੈਗਾ ਕਿ ਅਗਰ ਇੱਕ ਹਨੇਰੇ ਦੇ ਵਿੱਚ ਇੱਕ ਦੀਵਾ ਕਿਧਰੇ ਜਲਿਆ ਹੋਏ ਤੇ ਪਤੰਗਾ ਕਿਧਰੇ ਦੂਰ ਹੋਏ ਵੇ ਤੇ ਉਹਨੂੰ ਦਿਖੇ ਕਿ ਉਹ ਉੱਥੇ ਲਾਟ ਜਲ ਰਹੀ ਹੈ, ਉਹਨੂੰ ਬੜਾ ਚੰਗਾ ਲੱਗਦਾ ਹੈ ਕਿ ਭਈ ਉਹ ਮੇਰੇ ਤੇ ਮੰਜ਼ਿਲ ਮਿਲ ਗਈ ਮੈਨੂੰ। ਉਹ ਉਸ ਲਾਟ ਵੱਲ ਦੌੜਿਆ ਆਉਂਦਾ, ਬੜੀ ਤੇਜ਼ੀ ਨਾਲ ਆਉਂਦਾ, ਆ ਕੇ ਬੜਾ ਉਹਨੂੰ ਆਨੰਦ ਹੁੰਦਾ, ਇੰਨਾ ਖੁਸ਼ੀ ਹੁੰਦੀ ਉਹਦੇ ਚਾਰੋਂ ਪਾਸੇ ਘੁੰਮਣਾ ਸ਼ੁਰੂ ਕਰ ਦਿੰਦਾ। ਔਰ ਉਸੇ ਘੁੰਮਣ ਘੇਰੀ ਦੇ ਵਿੱਚ ਉਹ ਇੱਕ ਵਾਰੀ ਉਹਦੀ ਲਾਟ ਵਿੱਚੋਂ ਗੁਜ਼ਰ ਜਾਂਦਾ ਤੇ ਉਹਦੇ ਜਿਹੜੇ ਕੋਮਲ ਜਿਹੇ ਫੰਗ ਹੁੰਦੇ ਆ ਉਹ ਜਲ ਜਾਂਦੇ ਆ, ਔਰ ਉਹ ਵਿਚਾਰਾ ਬੇਮੌਤ ਇਸ ਆਨੰਦ ਲੈਂਦਿਆਂ ਲੈਂਦਿਆਂ ਬੇਮੌਤ ਮਾਰਿਆ ਜਾਂਦਾ। ਕੋਡਾਨੰਦ ਉਹ ਕਹਿੰਦਾ ਕਿ ਕੌਡੀ ਹੁੰਦੀ ਹੈ ਸਮੁੰਦਰ ਦੀ ਗੱਲ ਹੋ ਰਹੀ ਹੈ, ਮੱਛੀ ਦੇ ਬਾਰੇ ਗੱਲ ਕਰ ਰਹੇ ਕਿ ਮੱਛੀ ਜਦੋਂ ਇੱਕ ਗੰਡੋਏ ਨੂੰ ਦੇਖਦੀ ਹੈ ਕਿ ਉਹਦੇ ਸਾਹਮਣੇ ਟੰਗਿਆ ਹੋਇਆ ਹੈ, ਲਟਕਿਆ ਹੋਇਆ ਹੈ ਤੇ ਥੋੜਾ ਥੋੜਾ ਹਿਲ ਰਿਹਾ ਪਾਣੀ ਦੇ ਨਾਲ, ਮਗਰ ਉਹ ਦੌੜ ਨਹੀਂ ਰਿਹਾ, ਉਹਦੇ ਵੱਲ ਜਾਂਦੀ ਹੈ ਤੇ ਉਹ ਬਿਲਕੁਲ ਦੌੜ ਨਹੀਂ ਰਿਹਾ, ਉਹ ਕੋਈ ਆਪਣਾ ਇਵੇਸਿਵ ਐਕਸ਼ਨ ਨਹੀਂ ਲੈ। ਇਹ ਉਹਦੇ ਵੱਲ ਜਦੋਂ ਝਪੱਟਾ ਮਾਰਦੀ ਹੈ ਬੜੀ ਖੁਸ਼ੀ ਨਾਲ ਕਿ ਮੈਨੂੰ ਤੇ ਖਾਣਾ ਮਿਲ ਗਿਆ ਇੰਨਾ ਸੋਹਣਾ, ਬਗੈਰ ਜ਼ਿਆਦਾ ਐਫਰਟ ਕੀਤੇ ਜਿਉਂ ਹੀ ਝਪੱਟਾ ਮਾਰਦੀ ਹੈ ਤੇ ਇਹ ਜਿਹੜੀ ਮੱਛੀ ਵੀ ਹੈ ਇਹ ਵੀ ਇੱਕ ਬੇਮੌਤ ਮਾਰੀ ਜਾਂਦੀ। ਕਰਨਲ ਸਾਹਿਬ ਸਮ ਅਪ ਕਰ ਦਿਓ, 5 ਮਿੰਟ ਹੈਗੇ ਸਾਡੇ ਕੋਲ ਸਵਾਲ ਜਵਾਬ ਵਾਸਤੇ ਪਲੀਜ਼। ਮੈਂ ਤਾਂ ਸਮਾਂ, ਮੇਰੀ ਲਾਸਟ ਲਾਈਨ ਖਤਮ ਹੋ ਗਈ ਵੀਰ ਜੀ, ਮੈਂ ਸਿਰਫ ਹਾਂ, ਹੁਣ ਸਮਾਂ ਬਸ। ਵੀ ਕਰ ਹਾਂ ਲਾਸਟ ਲਾਈਨ। ਸੋ ਇਹ ਜਿਹੜਾ ਤੀਜਾ ਤਿੰਨੋਂ ਨੇ ਇਹੀ ਹੈ, ਇਹੀ ਚੀਜ਼ ਨਾਨਕ ਸਾਹਿਬ ਕਹਿੰਦੇ ਨੇ ਕਿ ਪੂਰੇ ਤੁਹਾਨੂੰ ਮਸਜਿਦਾਂ, ਗੁਰਦੁਆਰਿਆਂ, ਮੰਦਰਾਂ ਔਰ ਚਰਚ ਔਰ ਸਿਨਾਗੋਗਸ ਔਰ ਬੋਧੀਆਂ ਦੇ ਮੱਠ ਵਿੱਚ ਉੱਥੇ ਆਨੰਦ ਬੜਾ ਮਿਲਦਾ, ਪਰ ਤੁਸੀਂ ਉੱਥੋਂ ਪਾਉਂਦੇ ਕੁਝ ਨਹੀਂ ਜੇ। ਇਹ ਗਿਆਨ ਖੰਡ ਦਾ ਇਹ ਹੈਗਾ ਮੇਰੇ ਵੱਲੋਂ। ਬਹੁਤ ਮਿਹਰਬਾਨੀ ਪ੍ਰੋਫੈਸਰ ਸਾਹਿਬ, ਤੁਸੀਂ ਟਾਈਮ ਦਿੱਤਾ, ਔਰ ਬਹੁਤ ਮਿਹਰਬਾਨੀ ਸਰੋਤਿਆਂ ਨੇ ਤੁਸੀਂ ਸੁਣਿਆ ਵੇ। ਅਗਰ ਕੋਈ ਵੀ ਸਵਾਲ ਹੋਏ ਤੇ ਤੁਸੀਂ ਮੈਨੂੰ ਡਾਇਰੈਕਟਲੀ 1-to-1 ਕਰ ਸਕਦੇ ਹੋ ਜਾਂ ਪ੍ਰੋਫੈਸਰ ਸਾਹਿਬ ਦੇ ਥਰੂ ਕਰ ਸਕਦੇ ਹੋ। ਸਤਿਕਾਰ ਭਰੀ ਸਤਿ ਸ੍ਰੀ ਅਕਾਲ ਔਰ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।